ਵਿੱਚ ਪ੍ਰਦੇਸਾਂ ਆਏ ਜਿਹੜੇ ਕਰਨ ਕਮਾਈਆਂ ਜੀ, ਸ਼ਾਲਾ ਜੁਗ ਜੁਗ ਜੀਵਨ ਜੰਮਣ ਵਾਲੀਆਂ ਮਾਈਆਂ ਜੀ। ਉਹਦੇ ਸਾਂਭੇ ਵੱਡੇ ਵੱਡੇ ਵਿੱਚ ਪ੍ਰਦੇਸਾਂ ਦੇ, ਨਾਲ ਮਿਹਨਤਾਂ ਝੰਡੇ ਗੱਡੇ ਵਿੱਚ ਪ੍ਰਦੇਸਾਂ ਦੇ, ਨਾਲ ਮਿਹਨਤਾਂ ਝੰਡੇ ਗੱਡੇ ਵਿੱਚ ਪ੍ਰਦੇਸਾਂ ਦੇ। ਪ੍ਰਦੇਸਾਂ ਦੇ ਵਿੱਚ ਝੰਡੇ ਗੱਡਣ ਵਾਲੇ ਪੰਜਾਬੀਆਂ ਦੇ ਨਾਂ ਅੱਜ ਦਾ ਪ੍ਰੋਗਰਾਮ। ਸਭ ਤੋਂ ਪਹਿਲਾਂ ਮੈਂ ਹਾਜ਼ਰ ਹਾਂ ਜਗਤਾਰ ਸਿੰਘ ਜੱਗੀ ਤੇ ਜਸ ਪੰਜਾਬੀ ਦੇਖਣ ਵਾਲੇ ਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਹਮੇਸ਼ਾ ਹੀ ਤਰ੍ਹਾਂ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ, ਸਲਾਮ, ਹੈਲੋ, ਹਾਏ ਤੇ ਨਾਲ ਦੀ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਜੀ ਅੱਜ ਦੇ ਇਸ ਖਾਸ ਸ਼ੋਅ ਦੇ ਵਿੱਚ। ਖਾਸ ਸ਼ੋਅ ਇਸ ਕਰਕੇ ਕਿ ਜਦੋਂ ਅਸੀਂ ਬਾਹਰ ਜਾਂਦੇ ਹਾਂ, ਸਟੂਡੀਓ ਤੋਂ ਕਿਸੇ ਵੀ ਸ਼ਹਿਰ ਦੇ ਵਿੱਚ ਜਾਂਦੇ ਹਾਂ ਤੇ ਉੱਥੇ ਫਿਰ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਉੱਥੋਂ ਦੇ ਪੰਜਾਬੀ ਕਮਿਊਨਿਟੀ ਦੇ ਸਾਡੇ ਲੋਕ ਜਿਹੜੇ ਨੇ ਜਿਨ੍ਹਾਂ ਨੇ ਮਿਹਨਤਾਂ ਦੇ ਨਾਲ ਝੰਡੇ ਗੱਡੇ ਆ ਉਹਨਾਂ ਦੇ ਨਾਲ ਗੱਲਬਾਤ ਕਰਾਈਏ। ਫਿਰ ਇਸ ਤਰ੍ਹਾਂ ਦੇ ਪ੍ਰੋਗਰਾਮ ਨੂੰ ਵੀ ਸਾਡੇ ਦਰਸ਼ਕ ਪੂਰੀ ਦੁਨੀਆ ਜਿਹੜੇ ਬੈਠੇ ਨੇ ਉਹ ਬਹੁਤ ਪਸੰਦ ਕਰਦੇ ਨੇ, ਤਾਂ ਕਿ ਪਤਾ ਲੱਗਦਾ ਕਿਹੜੇ ਸ਼ਹਿਰ 'ਚ ਕਿੱਥੇ ਕੀ ਹੈਗਾ। ਸੋ ਅੱਜ ਅਸੀਂ ਇੱਥੇ ਪਹੁੰਚੇ ਹਾਂ ਜੀ, ਟੈਕਸਸ ਦੇ ਵਿੱਚ ਹੈਗੇ ਹਾਂ। ਇੱਧਰ ਆਏ ਸੀਗੇ ਤੇ ਇੱਧਰ ਆ ਕੇ ਕਾਫੀ ਹੋਰ ਵੀ ਤੁਹਾਨੂੰ ਪ੍ਰੋਗਰਾਮ ਦਿਖਾਏ ਸੀਗੇ। ਫੋਰਟ ਵਰਥ ਸ਼ਹਿਰ ਦਾ ਨਾਂ ਪੈਂਦਾ, ਇੱਥੇ ਅਸੀਂ ਬੈਠੇ ਹਾਂ ਤੇ ਬੈਠੇ ਕਿੱਥੇ ਆ, ਪਿੱਛੇ ਸਾਡੇ ਦਰਸ਼ਕ ਦੇਖ ਰਹੇ ਹੋਣਗੇ, ਮੈਂ ਦੱਸ ਵੀ ਦਿੰਦਾ। ZK ਯਾਨੀ ਕਿ ZK ਟਰੱਕ ਰਿਪੇਅਰਿੰਗ ਦਾ ਕੰਮ ਹੈਗਾ ਔਰ ਇੱਥੇ ਸਾਡੇ ਮਿੱਤਰ ਨੇ ਬਹੁਤ ਪਿਆਰੇ ਤੇ ਉਹਨਾਂ ਨਾਲ ਤੁਹਾਨੂੰ ਜਾਣਕਾਰੀ ਕਰਾਉਣਾ। ਜਗਰੂਪ ਸਿੰਘ ਜੀ, ਜੈਗ ਭਾਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਹੈ? ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਹੈ ਜੀ? ਮੈਂ ਕਿਹਾ ਜੀ ਬਜਾ ਤੁਹਾਡੇ ਕੋਲ ਆ ਕੇ ਤਾਂ ਵੈਸੇ ਹੀ ਚਾਅ ਚੜ੍ਹ ਜਾਂਦਾ ਤੇ ਅੱਜ ਤਾਂ ਫਿਰ ਅਸੀਂ ਪੂਰੀ ਦੁਨੀਆ ਦੇ ਰੂਬਰੂ ਵੀ ਕਰਾ ਰਹੇ ਹਾਂ। ਤੇ ਮੇਰੇ ਖੱਬੇ ਹੱਥ ਜਿਹੜੇ ਬੈਠੇ ਨੇ ਇਹ ਤਾਂ ਸਾਡੇ ਮਿੱਤਰ ਪਿਆਰੇ ਵੀ ਹੈਗੇ ਨੇ, ਨਾਲ ਸਾਡੇ ਜਸ ਪੰਜਾਬੀ ਦੇ ਪਰਿਵਾਰ ਦੇ ਮੈਂਬਰ ਵੀ ਹੈਗੇ ਨੇ। ਵੈਸੇ ਤਾਂ ਜੈਗ ਭਾਜੀ ਵੀ ਸਾਡੇ ਪਰਿਵਾਰ ਦੇ ਮੈਂਬਰ ਆ ਤੇ ਪਰਮਿੰਦਰ ਸੰਘੇੜਾ ਜੀ ਸਾਡੇ ਤੇ ਟੈਕਸਸ ਦਾ ਸਾਰਾ ਕੰਮ ਜਸ ਪੰਜਾਬੀ ਦਾ ਦੇਖਦੇ ਨੇ ਤੇ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਸੁਣਾਓ ਜੀ। ਬਹੁਤ ਸੋਹਣਾ ਲੱਗਿਆ ਤੁਸੀਂ ਸਾਡੇ ਸ਼ਹਿਰ ਦੇ ਵਿੱਚ ਆਏ ਆ। ਫੋਰਟ ਵਰਥ ਟੈਕਸਸ ਸ਼ਹਿਰ ਦਾ ਨਾਮ ਆ ਤੇ ਪੰਜਾਬੀ ਵਾਹਵਾ ਤੇ ਮਿਨੀ ਪੰਜਾਬ ਬਣ ਚੁੱਕਾ ਹੁਣ ਇੱਥੇ। ਹਾਂ ਬਿਲਕੁਲ, ਕਾਫੀ ਹੈ। ਤੇ ਮੈਂ ਗੱਲ ਕਰੀਏ ਸਾਡੇ ਦਰਸ਼ਕਾਂ ਨੂੰ, ਸੁਖਦੀਪ ਸੰਘਾ ਸਾਹਿਬ ਵੀ ਕੈਮਰੇ ਪਿੱਛੇ ਬੈਠੇ ਆ, ਤੇ ਗੱਲ ਕਰੀਏ ਜਦੋਂ ਆਈਦਾ ਅਸੀਂ ਇੱਥੇ ਟੈਕਸਸ ਤੇ ਜੈਗ ਭਾਜੀ ਤੁਹਾਡਾ ਨਾਂ ਮੇਰੇ ਨਾਲ ਫਿਰ ਅੱਗੇ ਜੀ ਹੋਰ ਲੱਗ ਜਾਂਦੀ ਹੈ, ਇੱਕ ਤਾਂ ਆਈ ਲੱਗ ਜਾਂਦੀ ਹੈ, ਤੁਹਾਡੇ ਨਾਲ ਜੈਗ ਤੱਕ ਰਹਿ ਗਏ ਤੁਸੀਂ। ਪਰ ਮੈਂ ਪਹਿਲਾਂ ਤੁਹਾਡਾ ਧੰਨਵਾਦ ਕਰਦਾ ਸਾਡੇ ਜਸ ਪੰਜਾਬੀ ਦੇ ਅਦਾਰੇ ਵੱਲੋਂ ਕਿ ਜਦੋਂ ਵੀ ਆਈਦਾ ਤੇ ਤੁਸੀਂ ਦੋਨੋਂ ਭਰਾ ਸਾਨੂੰ ਜਿੱਥੇ ਅਸੀਂ ਕਹਿੰਦੇ ਆ ਸਾਨੂੰ ਘੁਮਾਉਣਾ ਭਰਾਉਣਾ ਕੰਮ ਕੋਈ ਸਾਡਾ ਹੈਗਾ ਅੜਿਆ ਥੁੜਿਆ ਲੋਕਾਂ ਨੂੰ ਮਿਲਾਉਣਾ, ਇਹ ਸਾਰਾ ਕੰਮ ਤੁਸੀਂ ਕਰਦੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਅੱਜ ਫਿਰ ਆਪਾਂ ਤੁਹਾਡਾ ਪ੍ਰੋਗਰਾਮ ਇੱਥੇ ਕਰਕੇ ਆ। ਇਹ ਜਿਹੜਾ ਨਾਮ ਹੈਗਾ ਇਹ ਕਿੱਦਾਂ, ਮਤਲਬ ZK ਤੇ K? ਇਹ ਮੇਰੇ ਮੁੰਡੇ ਦਾ ਫਸਟ ਲੈਟਰ ਹੈ ਜੀ, ਜ਼ੋਰਾਵਰ ਸਿੰਘ, ਤੇ Z ਤੋਂ K ਲਾਸਟ ਨੇਮ ਹੈ ਜੀ, ਤਾਂ ਕਰਕੇ ਉਹਦੇ ਨਾਮ ਤੇ ਖੇੜਾ ਤੁਹਾਡਾ ਲਾਸਟ ਨੇਮ, ਜਗਰੂਪ ਸਿੰਘ ਖੇੜਾ। ਹਾਂਜੀ, ਜ਼ੋਰਾਵਰ ਸਿੰਘ। ਹਾਂਜੀ, ਬੜਾ ਵਧੀਆ ਨਾਮ, ਮੇਰੇ ਪੋਤੇ ਦਾ ਨਾਮ ਵੀ ਹੈ ਜ਼ੋਰਾਵਰ ਸਿੰਘ, ਬੜਾ ਵਧੀਆ ਲੱਗਦਾ। ਤੇ ਚਲੋ ਇੱਥੇ ਕਿੰਨੀ ਕੁ ਦੇਰ ਹੋ ਗਈ? ਆਪਾਂ ਪਹਿਲਾਂ ਥੋੜੀ ਜਿਹੀ ਸ਼ਾਪ ਦੀ ਗੱਲ ਕਰ ਲਈਏ, ਫਿਰ ਜਨਰਲ ਗੱਲਾਂ ਵੀ ਕਰਾਂਗੇ। ਆ ਸ਼ਾਪ ਤੁਹਾਡੀ ਬਹੁਤ ਸੋਹਣੀ, ਮੈਂ ਦੇਖਿਆ ਅੰਦਰ ਰਸ਼ ਪੂਰਾ ਆ, ਬਾਹਰ ਵੀ ਟਰੱਕ ਦੂਰ ਤੱਕ ਖੜੇ ਨੇ। ਤੇ ਕਾਹਦਾ ਤੁਹਾਡਾ ਇੱਥੇ ਕੰਮ ਹੈਗਾ ਜੀ, ਇਹਦੀ ਪਹਿਲਾਂ ਆਪਾਂ ਗੱਲ ਕਰ। ਹਾਂਜੀ, ਸਾਨੂੰ ਇੱਥੇ 4.5 ਸਾਲ ਹੋ ਗਏ ਜੀ ਸੇਮ ਬਿਲਡਿੰਗ ਦੇ ਵਿੱਚ, ਤੇ ਅਸੀਂ A to Z ਸਾਰਾ ਟਰੱਕ ਦਾ ਜੋ ਵੀ ਕੰਮ ਆ, ਇੰਜਨ ਆਇਲ ਤੋਂ ਲੈ ਕੇ ਇੰਜਨ ਰਿਪੇਅਰ ਤੱਕ ਦਾ ਕੰਮ ਆ, ਸਾਰਾ ਆਪਾਂ ਕਰਦੇ ਹਾਂ। ਤੇ ਅਲਾਈਨਮੈਂਟ ਵਗੈਰਾ ਦਾ ਵੀ ਸਾਰਾ, ਟਾਇਰਾਂ ਦਾ ਵੀ, A to Z ਜਿੰਨਾ ਵੀ ਟਰੱਕਾਂ ਵੀਰਾਂ ਨੂੰ ਲੋੜ ਹੁੰਦੀ ਹੈ ਕੰਮ ਦੀ, ਆਪਾਂ ਸਾਰਾ ਕੰਮ ਕਰਕੇ ਦਿੰਦੇ ਹਾਂ ਕਿ ਇੱਕੋ ਸ਼ਾਪ ਤੇ ਸਾਰਾ ਕੁਝ। ਬਹਿ ਜਾ ਪਰਮਿੰਦਰ ਭਾਜੀ। ਤੇ ਚਲੋ ਨਾਲ ਇਹਨਾਂ ਨਾਲ ਵੀ ਗੱਲ ਕਰਨ, ਨਾਲ ਆਪਾਂ ਜੇ ਅਗਰ ਪੰਜਾਬੀ ਕਮਿਊਨਿਟੀ ਦੀ ਗੱਲ ਕਰੀਏ ਇੱਥੇ ਇਹ ਸ਼ਹਿਰ ਦੇ ਵਿੱਚ, ਨਾਮ ਹੈ ਸਹੀ ਲਿਆ ਸੀਗਾ? ਹਾਂਜੀ। ਮੈਂ ਕਹਿੰਦਾ ਕਿ ਨਾਮ ਵੀ ਬੜੇ ਔਖੇ ਜੇ ਨਾ ਤੇ ਨਾਲ ਪੰਜਾਬੀ ਕਮਿਊਨਿਟੀ ਦੀ ਗੱਲ ਕਰੀਏ, ਜਿਵੇਂ ਇੱਥੇ ਵੀ ਮੇਰੇ ਖਿਆਲ ਬਾਕੀ ਸ਼ਹਿਰਾਂ ਵਾਂਗੂ ਹੀ ਆ ਕਿ ਬਚਾ ਇੱਥੇ ਜਿੱਦਾਂ ਹੁੰਦਾ ਕਿ ਵੀ ਭਾਈ ਟੂਰਨਾਮੈਂਟ ਵੀ 2 ਤੇ ਨਗਰ ਕੀਰਤਨ ਵੀ 2 ਹੁੰਦੇ ਆ, ਤੇ ਇੱਥੇ ਬਚਾ ਕੇ ਇੱਦਾਂ ਹੀ ਆ? ਦੇਖੋ ਜੀ, ਇੱਥੇ ਸਾਡੇ ਸਾਰੇ ਇਕੱਠੇ ਹੀ ਰਹਿੰਦੇ ਆ, ਰਲ ਮਿਲ ਕੇ ਰਹਿੰਦੇ ਆ। ਸੋ ਵਧੀਆ ਪੰਜਾਬ ਅਸੀਂ ਬਣਾਇਆ, ਛੋਟਾ ਜਿਹਾ ਮਿਨੀ ਪੰਜਾਬ। ਸੋ ਇਹ ਫੋਰਟ ਵਰਥ ਟੈਕਸਸ, ਡੈਲਸ ਤੇ ਫੋਰਟ ਵਰਥ ਇਹ ਵੱਡੇ ਸ਼ਹਿਰ ਆ ਇੱਥੇ ਦੇ ਦੋਨੇ। ਹਾਂਜੀ, ਸੋ ਇਸ ਕਰਕੇ ਇੱਥੇ ਪੰਜਾਬੀ ਵੀ ਕਾਫੀ ਪੁਰਾਣੇ ਟਾਈਮ ਤੋਂ ਆਏ ਸੀਗੇ, ਜਿਹੜੇ ਇੰਗਲੈਂਡ ਤੋਂ ਆਏ ਸੀ। 2005 ਦੇ ਵਿੱਚ ਕੈਲੀਫੋਰਨੀਆ ਤੋਂ ਮੂਵ ਹੋਣੇ ਚਾਲੂ ਹੋਏ ਪੰਜਾਬੀ, ਤੇ ਫਿਰ ਹੁਣ ਇੱਥੇ ਤਾਂ ਅਸੀਂ ਮਿਨੀ ਪੰਜਾਬ ਬਣਾਇਆ ਹੀ ਆ। ਫਿਰ ਕੀ ਬਾਤ ਹੈ। ਤੇ ਕਿੰਨੇ ਕੁ ਪੰਜਾਬੀ ਆਪਣੇ ਟੈਕਸਸ ਦੀ ਗੱਲ ਕਰ ਲਈਏ ਸਾਰੇ ਦੀ, ਤੇ ਕਿੰਨੇ ਕੁ ਪੰਜਾਬੀ ਜੀ ਇੱਥੇ ਹੋਣਗੇ? ਟੈਕਸਸ ਦੇ ਵਿੱਚ ਤਾਂ ਜੀ ਕਾਫੀ ਹੋਣੇ ਆ। ਵੈਸੇ ਉੱਦਾਂ ਪਹਿਲੋਂ 4 ਸਾਲ ਪਹਿਲੋਂ ਇਹਨਾਂ ਨੇ ਫਿਗਰ ਆਊਟ ਕੀਤਾ ਸੀ ਵੀ 25,000 ਫੈਮਿਲੀ ਇੱਥੇ ਰਹਿੰਦੀ ਹੈ। ਸੋ ਹੁਣ ਤਾਂ ਮੇਰੇ ਹਿਸਾਬ ਨਾਲ ਹੋਰ ਜ਼ਿਆਦਾ ਮੂਵ ਹੋ ਗਿਆ ਜੀ। ਅੱਛਾ, ਇੱਕ ਲੋਕੀ ਜਿਹੜੇ ਉੱਥੋਂ ਮੂਵ ਇੱਧਰ ਹੋ ਰਹੇ ਨੇ ਹੋਰਾਂ ਸਟੇਟਾਂ ਦੇ ਵਿੱਚੋਂ, ਤੇ ਜੈਗ ਭਾਜੀ ਕੀ ਖਾਸ ਗੱਲ ਆ ਤੁਹਾਡੇ ਇੱਥੇ, ਕਿਹੜੀ ਚੁੰਬਕ ਲੱਗੀ ਹੋਈ ਆ ਕਾਫੀ ਮੂਵ ਹੋ ਰਹੇ ਲੋਕੀ? ਨਹੀਂ ਭਾਜੀ, ਇੱਕ ਤਾਂ ਮਿਡ ਦੇ ਵਿੱਚ ਪੈ ਜਾਂਦਾ, ਅੱਛਾ, ਚਾਹੇ ਕੈਲੀਫੋਰਨੀਆ ਨੂੰ ਚੱਲ ਜਾਈਏ, ਚਾਹੇ ਈਸਟ ਦੇ ਆ ਜਾਈਏ, ਕभी ਮਿਡ ਦੇ ਵਿੱਚ ਆ ਜਾਂਦਾ, ਮਿਡਲ ਦੇ ਵਿੱਚ ਆਪਾਂ ਦੋਨੇ ਪਾਸੇ ਜਾ ਸਕਦੇ ਆ, ਸੇਮ ਵੇ ਪੈ ਜਾਂਦੇ ਆ। ਤੇ ਕਿੱਦਾਂ ਹੈ ਜੀ ਕਿ ਵੀ ਇੱਥੇ ਜਿਹੜਾ ਲਿਵਿੰਗ ਆ ਉਹ ਸਸਤੀ ਆ, ਕੈਲੀਫੋਰਨੀਆ ਨਾਲੋਂ ਬਹੁਤ ਜ਼ਿਆਦਾ।
ਤੇ ਬਾਕੀ ਜੋ ਵੀ ਬਾਕੀ ਜਿੱਦਾਂ ਵੀ ਜਿੱਥੇ ਬੰਦੇ ਦਾ ਆਂਜਲ ਲਿਖਿਆ ਬੰਦੇ ਨੂੰ ਉੱਥੇ ਆਪਣੇ ਆਪ ਮੂਵ ਹੋ ਜਾਣਾ। ਮੈਂ ਵੀ ਕੈਲੀਫੋਰਨੀਆ ਤੋਂ ਮੂਵ ਹੋਇਆ 4 ਸਾਲ ਪਹਿਲਾਂ। ਮੈਂ ਵੀ ਕਿਹੜੀ ਜਗ੍ਹਾ ਸੀਗੇ? ਸੈਕਰਾਮੈਂਟੋ ਕੈਲੀਫੋਰਨੀਆ। ਵਾਹ ਜੀ ਵਾਹ, ਮੈਂ ਵੀ ਸੈਕਰਾਮੈਂਟੋ ਸੀਗਾ। ਤੇ ਵੈਸੇ ਆਪਣਾ ਪਰਵਿੰਦਰ ਭਾਜੀ, ਜਿਹੜੀ ਚੀਜ਼ ਅਸੀਂ ਇਹ ਕਹਿੰਦੇ ਮੂਵ ਹੋ ਗਏ ਇੱਧਰਲੇ ਮੁਲਕਾਂ ਦੇ ਵਿੱਚ, ਮੂਵ ਹੋਣ ਨੂੰ ਕੋਈ ਬਾਹਲਾ ਸੀਰੀਅਸ ਜਾਂ ਨਹੀਂ ਲੈਂਦੇ। ਹਾਂਜੀ ਇੱਥੇ ਨਹੀਂ ਦਿਲ ਲੱਗਿਆ, ਦੂਜੇ ਸ਼ਹਿਰ 'ਤੇ ਲੈ ਲਓ, ਕੋਈ ਸਮਾਨ ਸਮੂਨ ਵਾਲਾ ਚੱਕਣਾ ਨਹੀਂ ਪੈਂਦਾ। ਤੇ ਨਹੀਂ ਤਾਂ ਆਪਣੇ ਪਿੰਡਾਂ ਦੇ ਵਿੱਚ ਤਾਂ ਹੁੰਦਾ ਵੀ ਇੱਕ ਅਟੈਚਮੈਂਟ ਹੋ ਜਾਂਦੀ। ਬਿਲਕੁਲ ਜੀ। ਜਿਹੜੇ ਘਰ 'ਚ ਆ ਕਹਿੰਦੇ ਜੀ ਸਾਡਾ ਜੱਦੀ ਘਰ ਆ, ਇੱਥੇ ਇਹ ਚੀਜ਼ ਹੈ ਨਹੀਂ। ਅਸੀਂ ਗੱਲ ਹੁਣ ਕੈਲੀਫੋਰਨੀਆ ਤੋਂ ਕੀਤੀ ਆ ਜੈਕ ਭਾਜੀ ਨੇ, ਮੈਂ ਵੀ ਕੈਲੀਫੋਰਨੀਆ ਰਹਿਣਾ। ਹਾਂਜੀ ਉੱਥੋਂ ਕਈ ਕੰਪਨੀਆਂ ਵੀ ਮੂਵ ਹੋਈਆਂ ਨੇ, ਆਮ ਲੋਕਾਂ ਦੀ ਗੱਲ ਛੱਡੋ। ਹਾਂਜੀ ਕੰਪਨੀਆਂ ਦੇ ਕੀ ਕਾਰਨ ਰਹੇ ਹੋਣਗੇ? ਕੈਲੀਫੋਰਨੀਆ ਸਟੇਟ ਦਾ ਕੋਈ ਆਪਣਾ ਟੈਕਸ ਟੁਕਸ ਜ਼ਿਆਦਾ ਹੋਊਗਾ ਜਾਂ ਕੀ ਹੈ? ਆਈ ਥਿੰਕ ਉਹ ਉੱਥੇ ਇੱਕ ਨਵਾਂ ਲਾਅ ਬਣ ਰਿਹਾ AB5 ਇਦਾਂ ਦਾ ਕੁਝ ਨਵਾਂ ਲਾਅ AB5 ਹੈਗਾ, ਹਾਂ। ਹਾਂਜੀ ਲਾਅ ਕਰਕੇ ਕਾਫੀ ਬੰਦੇ ਜਿਹਨਾਂ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਵੀ ਕੰਪਨੀਆਂ ਉਹਨਾਂ ਨੇ ਰਹਿਣ ਨਹੀਂ ਦੇਣੀਆਂ, ਜ਼ਿਆਦਾ ਕੰਪਨੀਆਂ ਬੰਦ ਵੀ ਹੋ ਰਹੀਆਂ ਇਸ ਕਰਕੇ, ਕਿਉਂਕਿ ਇੱਥੇ ਟੈਕਸਸ ਵਿੱਚ ਉਹ ਲਾਅ ਹਲੇ ਹੈ ਨਹੀਂਗਾ। ਸੋ ਸਟੇਟ ਨੇ ਲਾਗੂ ਨਹੀਂ ਕੀਤਾ, ਇਸ ਕਰਕੇ ਮੈਨੂੰ ਲੱਗਦਾ ਵੀ ਲੋਕ ਉਧਰੋਂ ਜ਼ਿਆਦਾ ਇੱਥੇ ਤੇ ਇੰਡੀਆਨਾਪੋਲਿਸ ਦੋਨੇ ਸਟੇਟਾਂ 'ਚ ਜ਼ਿਆਦਾ ਮੂਵ ਹੋ ਰਿਹਾ। ਬਹੁਤ ਮੂਵ ਹੋ ਰਿਹਾ। ਇਹ ਜਿਹੜੇ AB5 ਦੀ ਜੈਕ ਭਾਜੀ ਗੱਲ ਕਰੀਏ, ਕੋਈ ਇੰਨਾ ਖਤਰਨਾਕ ਤਾਂ ਲਾ ਹੈ ਨਹੀਂ। ਜੇ ਤੋਂ ਆਪਣੇ ਮੇਰੇ ਖਿਆਲ ਪੰਜਾਬੀ ਜ਼ਿਆਦਾ ਡਰਦੇ ਨੇ। AB5 ਜਿਹੜਾ ਲਾ ਬਣਿਆ ਉਹ ਇਹ ਹੈ ਕਿ ਤੁਹਾਨੂੰ ਕੰਮ ਟੋਟਲ ਜਿਹੜਾ W2 ਤੇ ਕਰਨਾ ਪੈਣਾ ਹੈ ਨਾ। ਉਹ ਵੀ ਇੱਦਾਂ ਕੋਈ ਦਿੱਕਤ ਨਹੀਂ ਹੈਗੀ ਪਈ। ਜਿੱਦਾਂ ਕਿ ਵੀ AB5 ਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਿਆਂ ਦੇ ਕੋਲ ਜਿੱਦਾਂ ਲਾਈਕ ਆਪਾਂ ਕੰਪਨੀਆਂ ਦੇ ਕੋਲ ਓਨਰ ਆਪਰੇਟਰ ਲੱਗਦੇ ਆ ਨਾ, ਉਹ ਆਪਣੇ ਵੀ ਕੁਝ ਲੋਕਾਂ ਦੀ ਗਲਤੀ ਕਰਕੇ ਆਪਾਂ ਕਹਿ ਲਈਏ ਕਿ ਵੀ ਉਹਨਾਂ ਨੇ ਉਹ ਬੰਦ ਕਰ ਦਿੱਤਾ ਕਿ ਵੀ ਓਨਰ ਆਪਰੇਟਰ ਕੰਮ ਨਹੀਂ ਕਰ ਸਕਦਾ। ਜੇ ਕੋਈ ਵੀ ਕੰਮ ਕਰੂਗਾ, ਭਾਵੇਂ ਉਹਦੇ ਕੋਲ ਇੱਕ ਟਰੱਕ ਹੈ ਚਾਹੇ ਉਹਦੇ ਕੋਲ 100 ਆ, ਉਹ ਆਪਣੀ ਕੰਪਨੀ ਆਪ ਖੋਲੇ ਕਿ ਵੀ ਉਹ ਜਿਹੜਾ ਟੈਕਸ ਆ, ਮੇਨ ਪਰਪਸ ਜਿਹੜਾ ਟੈਕਸ ਆ ਉਹ ਆਪ ਭਰੇ ਆਪਣਾ, ਕਿਸੇ ਤੋਂ ਲੈਣਾ ਨਾ ਪਵੇ। ਜੇ ਕੋਈ 1099 ਤੇ ਆਪਾਂ ਕਿਸੇ ਕੋ ਕੰਮ ਕਰਦੇ ਆ ਤੇ ਉਹਨਾਂ ਨੂੰ ਹੁਣ ਉਹਨਾਂ ਨੇ ਕਹਿ ਤਾ ਕਿ ਵੀ ਤੁਸੀਂ W2 ਹੀ ਦੇਣਾ। ਫਿਰ ਉਹਦੇ ਕਰਕੇ ਕਹਿੰਦੇ ਆ ਵੀ ਜੇ W2 ਦੇਣਾ ਹੀ ਆ ਤੇ ਤੁਸੀਂ ਆਪਣੀ ਕੰਪਨੀ ਆਪ ਖੋਲੋ। ਹਾਂਜੀ, ਖੈਰ ਇਹ ਤਾਂ ਚੰਗੀ ਗੱਲ ਹੀ ਹੈਗੀ ਹੈ ਕਈਆਂ ਲੋਕਾਂ ਵਾਸਤੇ। ਆਪਣੇ ਵੈਸੇ ਇੱਕ ਪੰਜਾਬੀ ਪਤਾ ਨਹੀਂ ਕਿਉਂ ELDਆਂ ਆਈਆਂ ਜਦੋਂ, ਹਾਂਜੀ ELD ਟਰੱਕਾਂ ਦੇ ਵਿੱਚ ਲੱਗਣੀ ਸ਼ੁਰੂ ਹੋਈਆਂ, ਉਦੋਂ ਬੜੀ ਹਾਲਤ ਹੋਈ ਪਈ ਸੀਗੀ। ਹਾਲਾਂਕਿ ਮੇਰੇ ਖਿਆਲ 'ਚ ਤਾਂ ਪਰਵਿੰਦਰ ਭਾਜੀ ਉਹ ਸਾਡੀ ਸੇਫਟੀ ਵਾਸਤੇ, ਸਿਹਤ ਵਾਸਤੇ ਤਾਂ ਠੀਕ ਆ ਉਹ। ਪਰ ਆਪਣੇ ਤੁਹਾਨੂੰ ਪਤਾ ਵੀ ਪੰਜਾਬੀ ਕਿਸੇ ਨਾ ਕਿਸੇ ਤਰੀਕੇ ਦਾ ਲਾਜ ਹੀ ਲੈਂਦੇ ਆ ਵੀ ਕੋਈ ਨਾ ਕੋਈ ਚੀਜ਼ ਫਿਗਰ ਆਊਟ ਕਰ ਲੈਂਦੇ ਆ। ਪਰ ਉਹ ਆਪਣੀ ਸੇਫਟੀ ਸੀ ਕਿ ਉਹ 10-11 ਘੰਟੇ ਆਪਾਂ ਟਰੱਕ ਚਲਾਉਨੇ ਆ, ਉਸ ਤੋਂ ਬਾਅਦ ਆਪਾਂ ਨੂੰ ਆਰਾਮ ਵੀ ਚਾਹੀਦਾ ਨਾ। ਉਹਨਾਂ ਨੇ ਉਹਦੇ ਨਾਲ ਆਪਾਂ ਨੂੰ ਰਹਿਤ ਵੀ ਦੇਤੀ ਕਿ ਵੀ ਪਹਿਲਾਂ ਆਪਾਂ 11 ਘੰਟੇ ਡਰਾਈਵ ਕਰ ਸਕਦੇ ਸੀ, ਹੁਣ ਉਹ ELD ਜਦੋਂ ਬਣ ਗਈ ਉਹ 12 12.5 ਵੀ ਕਰ ਸਕਦੇ ਆ ਕਿ 1.5 ਘੰਟਾ ਔਨ ਆਫ ਦਾ ਦੇਤਾ ਉਹਨਾਂ ਨੇ। ਹੈਗੇ 14 ਆਵਰ ਹੀ ਆ ਇਹ ਕਿ ਵੀ ਉਹਦੇ 'ਚ ਆਪਣੀ ਸੇਫਟੀ ਆ ਕਿ ਵੀ ਆਪਾਂ 10 ਘੰਟੇ ਹੈਵ ਟੂ ਹੈਵ ਸੌਣਾ ਹੀ ਆ। ਆਪਾਂ ਕੀ ਕਰਦੇ ਸੀ ਕਿ ਵੀ ਜੇ 8 ਘੰਟੇ ਸੌ ਲਿਆ ਜਾਂ 6 ਘੰਟੇ ਸੌ ਲਿਆ ਤਾਂ ਫਰਕ ਤਾਂ ਕੁਝ ਨਹੀਂ ਪੈਂਦਾ ਜੀ ਮੀਲਾਂ ਦਾ। ਪਰ ELD ਦੇ ਆਉਣ ਨਾਲ ਥੋੜਾ ਜਿਹਾ ਇਹ ਹੋ ਗਿਆ ਕਿ ਵੀ ਆਪਣੇ ਲੋਕ ਜਿਹੜੇ ਆ ਕਿ ਵੀ ਉਹ ਆਪਣੇ ਨਹੀਂ ਹਰੇਕ ਵਰਗ ਦੇ ਲੋਕ ਕਰਦੇ ਨੇ ਕਿ ਵੀ ਇਹ ਨਹੀਂ ਕਹਿ ਸਕਦੇ ਕਿ ਵੀ ਇਕੱਲੇ ਆਪਣੇ, ਹਰੇਕ ਵਰਗ ਦੇ ਲੋਕ ਕਰਦੇ ਆ ਕਿ ਵੀ ਆਪਾਂ ਜਿੰਨੀ ਛੇਤੀ ਹੋ ਸਕੇ ਆਪਾਂ ਲੋਡ ਡਿਲੀਵਰ ਕਰ ਲਈਏ। ਬਿਲਕੁਲ ਹਾਂਜੀ। ਤੇ ਵੈਸੇ ਪਹਿਲਾਂ ਤਾਂ ਮੈਂ ਸੁਣਿਆ ਕਹਿੰਦੇ ਦੋ ਲੌਗ ਬੁੱਕਾਂ ਵੀ ਦੋ ਹੁੰਦੀਆਂ ਸੀ, ਤੇ ਇੱਕ ਉੱਦਾਂ ਜੋ ਅਸੀਂ ਕੈਸਟ ਦੇ ਵਿੱਚ ਵੀ ਪਾਇਆ ਸੀਗਾ ਕਿ ਬਈ ਕੋਈ ਬੰਦਾ ਰੋਕਿਆ ਟਰੱਕ ਵਾਲਾ, ਪੁਲਿਸ ਵਾਲਿਆਂ ਨੇ ਰੋਕਿਆ, ਤੋ ਲੱਗਦਾ ਹੈ ਨਹੀਂ ਸੀ ਬਈ, ਪਤਾ ਵੀ ਪੰਜਾਬੀ ਗੋਰਾ ਹੀ ਲੱਗਦਾ ਸੀਗਾ। ਤੇ ਉਹ ਕਹਿੰਦਾ ਕੈਨ ਆਈ ਹੈਵ ਯੂਅਰ ਲੌਗ ਬੁੱਕ ਪਲੀਜ਼, ਤੇ ਉਹਨੇ ਕਿਤੇ ਪੰਜਾਬੀ ਨੇ ਕਿਹਾ ਇਹਨੂੰ ਕਿਹੜਾ ਪਤਾ ਲੱਗਣਾ। ਉਹ ਹੌਲੀ ਦੇ ਮੂੰਹ 'ਚ ਕਹਿੰਦਾ ਕਿਹੜੀਆਂ ਲਿਆਵਾਂ ਮਾਮਾ, ਕਿਹੜੀ ਲਿਆਵਾਂ ਅਸਲੀ ਕਿ ਨਕਲੀ? ਉਹ ਕਹਿੰਦਾ ਭਾਜੀ ਦੋਨੋਂ ਲਿਆਓ। ਮੁੜ ਕੇ ਉਹ ਕਹਿੰਦੇ ਮਿੰਨਤਾਂ ਕਰਦਾ ਫਿਰੇ ਵੀ ਇਹ ਚੀਜ਼ ਇਹ ਐਰੀਜ਼ੋਨਾ ਦੀ ਗੱਲ ਹੈਗੀ ਆ। ਹਾਂਜੀ, ਐਰੀਜ਼ੋਨਾ ਦੀ ਗੱਲ ਆ ਇਹ। ਉੱਥੇ ਪੁਲਿਸ ਆਫੀਸਰ ਆਪਣਾ ਹੀ ਸੀਗਾ ਤੇ ਜਿਹੜਾ ਉਹਨੇ ਪੁੱਛ ਲਿਆ ਸੀ ਵੀ ਦੋਨੇ ਲੌਗ ਬੁੱਕਾਂ ਲੈ ਆ ਤੂੰ। ਹਾਂਜੀ, ਢਾਲੀਵਾਲ ਜਿਹਨਾਂ ਦੀ ਡੈਥ ਹੋ ਗਈ ਉਹਨਾਂ ਨੇ ਵੀ ਇੱਕ ਟਰੱਕ ਹੂਸਟਨ ਦੇ ਵਿੱਚ ਫੜਿਆ ਸੀ ਤੇ ਉਹਨਾਂ ਨੂੰ ਵੀ ਪਤਾ ਨਹੀਂ ਸੀ ਉਹ ਬੰਦੇ ਨੂੰ ਕਿ ਵੀ ਇੰਡੀਅਨ ਆ ਬੰਦਾ। ਤੇ ਫਿਰ ਜਦੋਂ ਉਹਨਾਂ ਨੇ ਵੀ ਕਿਹਾ ਕਿ ਵੀ ਜਦੋਂ ਗੱਲਬਾਤ ਕੀਤੀ ਨਾ, ਚਲੋ ਹੁਣ ਤਾਂ ਉਹ ਨਹੀਂ ਰਿਹਾ ਆਪਣੇ ਵਿੱਚ ਨਾ, ਤੇ ਉਦੋਂ ਵੀ ਇਹ ਕਿੱਸਾ ਸੁਣਨ ਚ ਆਇਆ ਪਰ ਉਹ ਤਾਂ ਚਲੋ ਢਾਲੀਵਾਲ ਤਾਂ ਸਰਦਾਰ ਸੀ, ਦੂਰੋਂ ਪਤਾ ਲੱਗ ਜਾਂਦਾ ਸੀ। ਪਰ ਆਪਣੇ ਉਹ ਕਹਿੰਦੇ ਵੀ ਗੋਰਾ ਹੀ ਸੀ, ਕੋਈ ਸਿਰ ਤੋਂ ਵੀ ਗੰਜਾ ਗੁੰਜਾ ਸੀ ਪੁਲਿਸ ਵਾਲਾ, ਤੇ ਉਹ ਪਤਾ ਨਹੀਂ ਸੀ ਲੱਗਿਆ। ਤੇ ਇਦਾਂ ਹੋ ਜਾਂਦੀ ਕਈ ਵਾਰੀ। ਅੱਛਾ, ਜਿਹੜੀ ਤੁਹਾਡੇ ਟਰੱਕ ਮਕੈਨਿਕੀ ਦੀ ਗੱਲ ਫਿਰ ਥੋੜੀ ਜਿਹੀ ਕਰੀਏ। ਬਹੁਤ ਸਾਰੇ ਲੋਕ ਐਸੇ ਹੋਣਗੇ ਜਿਹੜੇ ਇਸ ਕੰਮ 'ਚ ਪਏ ਹੋਣਗੇ, ਜਾਂ ਬਹੁਤ ਸਾਰੇ ਲੋਕ ਕੰਮ 'ਚ ਪੈਣਾ ਚਾਹੁੰਦੇ। ਟਰੱਕ ਦਾ ਜਿਹੜਾ ਰਿਪੇਅਰ ਦਾ ਕੰਮ ਹੁਣ ਦੇਖਿਆ ਜਾਵੇ ਤਾਂ ਮੈਂ ਵੀ ਚਲੋ ਮਕੈਨਿਕੀ ਨਾਲ ਸੰਬੰਧਿਤ ਰਿਹਾ, ਮੈਂ ਸਕੂਟਰ ਮੋਟਰਸਾਈਕਲ ਦੇ ਹੁੰਦੇ ਸੀ। ਤੇ ਪਰ ਟਰੱਕ ਦਾ ਜਿਹੜਾ ਕੰਮ ਆ ਰਿਪੇਅਰ ਦਾ, ਇਹ ਕਿੰਨਾ ਕੁ ਔਖਾ ਲੱਗਦਾ ਜਾਂ ਮਤਲਬ ਸਿੱਖਿਆ ਕੋਈ ਪ੍ਰੋਬਲਮ ਨਹੀਂ ਐਡੀ? ਨਹੀਂ, ਜੇ ਭਾਜੀ ਗੱਲ ਇਦਾਂ ਨਾ ਕਿ ਵੀ ਕੰਮ ਤਾਂ ਮਕੈਨਿਕ ਨੇ ਕਰਨਾ, ਨਹੀਂ ਆਪਾਂ ਤਾਂ ਸਿਰਫ ਉਹਨੂੰ ਗਾਈਡ ਕਰਨਾ ਕਿ ਵੀ ਆਪਾਂ ਕੀ ਕਰਨਾ। ਕਿ ਵੀ ਜਦੋਂ ਕੋਈ ਇਸ ਟਾਈਮ ਜਿਹੜੀ ਮੇਨ ਪ੍ਰੋਬਲਮ ਇਸ ਟਾਈਮ ਆ ਰਹੀ ਆ, ਮਕੈਨਿਕਾਂ ਨੂੰ ਵੀ ਆ ਰਹੀ ਆ, ਡਰਾਈਵਰਾਂ ਨੂੰ ਵੀ ਆ ਰਹੀ ਆ, ਪਾਰਟਸ ਦੀ ਉਹ ਬਹੁਤ ਔਖੇ ਮਿਲਦੇ ਜੀ। ਪਰ ਆਪਣੇ ਕੋਲੇ ਇੰਨਾ ਕੁ ਹੁਣ ਹੈਗਾ ਕਿ ਵੀ ਆਪਾਂ ਹਰ ਇੱਕ ਬੰਦੇ ਨੂੰ ਪ੍ਰੋਵਾਈਡ ਕਰਕੇ ਦਿੰਨੇ ਆ। ਮੇਨ ਮਕੈਨਿਕ ਦਾ ਜਿਹੜਾ ਮੁੱਦਾ ਹੁੰਦਾ ਜੀ ਕਿ ਵੀ ਬੰਦਾ ਕੋਈ ਆਵੇ ਤਾਂ ਉਹਨੂੰ ਜਿੰਨੀ ਤੋਂ ਛੇਤੀ ਆਪਾਂ ਸ਼ਾਪ ਚੋਂ ਬਾਹਰ ਕੱਢ ਸਕੀਏ। ਕਿ ਵੀ ਮਕੈਨਿਕ ਦਾ ਕੰਮ ਔਖਾ ਵੀ ਆ, ਸੌਖਾ ਵੀ ਆ,
ਪਰ ਇਹ ਦੋਨੇ ਚੀਜ਼ਾਂ ਹੀ ਆ ਕਿ ਵੀ ਜਿਹੜਾ ਮਕੈਨਿਕ ਤੁਹਾਡੇ ਕੋਲ ਕੰਮ ਕਰਦਾ ਤੁਸੀਂ ਉਹਨੂੰ ਕਿੱਦਾਂ ਗਾਈਡ ਕਰਦੇ ਆ ਤੇ ਕਿੱਦਾਂ ਉਹਦੇ ਕੋਲ ਕੰਮ ਲੈਣੇ ਆ, ਇਹ ਮੇਨ ਮੁੱਦਾ ਆ ਜਾਂਦਾ। ਨਹੀਂ ਜਿੱਦਾਂ ਹੁਣ ਮੈਂ ਤੁਹਾਡਾ ਕੰਮ ਦੇਖ ਰਿਹਾ ਹਾਂ, ਤੁਹਾਨੂੰ 4.5 ਸਾਲ ਹੋਏ ਆ ਜੀ, ਹਾਂਜੀ ਤੇ ਜਿੰਨੀ ਤੁਹਾਡੀ ਗੁੱਡਵਿਲ ਬਣੀ ਆ, ਜਿੰਨਾ ਤੁਹਾਡਾ ਇਹ ਬਣਿਆ ਹੋਇਆ ਕਿ ਵੀ ਉਹ ਬਹੁਤ ਵਧੀਆ ਜੈਗ ਦੀ ਵਰਕਸ਼ਾਪ ਆ ਹਰ ਪੱਖੋਂ, ਹਾਂਜੀ ਤੇ ਉਮਰ ਤੁਹਾਡੀ ਛੋਟੀ ਜੀ ਹੈ, ਸਾਡੇ ਦਰਸ਼ਕਾਂ ਨੂੰ ਦੱਸੋ ਉਮਰ ਬਹੁਤ ਥੋੜੀ ਹੈ ਜੈਗ ਦੀ, ਹਾਂਜੀ ਤੇ ਇਹ ਕਾਮਯਾਬੀਆਂ ਜਿਹੜੀਆਂ ਇੰਨੀਆਂ ਤਰੱਕੀਆਂ ਹੈਗੀਆਂ ਨੇ ਇੰਨੀ ਛੋਟੀ ਉਮਰ ਦੇ ਵਿੱਚ, ਹਾਂਜੀ ਤੇ ਠੀਕ ਹੈ ਸਿਹਤ ਸੋਹਣੀ ਹੈਗੀ, ਕਬੱਡੀ ਵਾਲਿਆਂ ਵਾਲੀ ਲੱਗਦੀ ਆ, ਹਾਂਜੀ। ਤੇ ਪਰ ਉਮਰ ਤੁਹਾਡੀ ਬਹੁਤ ਛੋਟੀ ਹੈ। ਹਾਂਜੀ ਇਹ ਕਾਮਯਾਬੀਆਂ ਇੰਨੀਆਂ, ਫਿਰ ਇਹਦੇ ਪਿੱਛੇ ਕਿੰਨੀ ਕੁ ਮਿਹਨਤ ਮੁਸ਼ੱਕਤ ਕਰਨੀ ਪਈ ਆ, ਜਾਂ ਫਿਰ ਤੁਸੀਂ ਇਹ ਸਮਝਦੇ ਹੋ ਕਿ ਤੁਹਾਡੀ ਕਿਸਮਤ ਚੰਗੀ ਸੀ, ਤੁਹਾਨੂੰ ਬਾਹਲੀ ਮਿਹਨਤ ਨਹੀਂ ਕਰਨੀ ਪਈ? ਨਹੀਂ ਮਿਹਨਤ ਤਾਂ ਕਰਨੀ ਪਈ ਜੀ। ਜਦੋਂ ਸ਼ਾਪ ਓਪਨ ਕੀਤੀ ਸੀ ਕਿ ਵੀ ਲਾਈਕ ਕਹਿ ਲਓ ਕਿ ਵੀ ਪੂਰਾ 1 ਸਾਲ ਬਿਨਾਂ ਕੰਮ ਤੋਂ ਬੈਠੇ ਰਹੇ, ਪਰ ਡਟੇ ਰਹੇ ਕਿ ਵੀ ਕਰਦੇ ਰਹੇ ਕਿ ਜੇ ਕੋਈ ਵੀ ਕਸਟਮਰ ਆਉਂਦਾ ਸੀ ਉਹਨੂੰ ਕਹਿਣਾ ਨਹੀਂ ਜਾਣ ਨਹੀਂ ਦੇਣਾ, ਕਰਦੇ ਰਹੇ। ਬਾਕੀ ਡਿਪੈਂਡ ਕਰਦਾ ਜੀ ਮਕੈਨਿਕ ਤੁਹਾਡੇ ਕੋਲ ਕਿੱਦਾਂ ਦੇ ਨੇ, ਕਿ ਜੇ ਤੁਹਾਡੇ ਕੋਲ ਮਕੈਨਿਕ ਵਧੀਆ ਮੀਨਸ ਲਾਈਕ ਵੀ ਜੇ ਤੁਸੀਂ ਮਕੈਨਿਕ ਨੂੰ ਪੇ ਵਧੀਆ ਕਰਦੇ ਆ ਜੀ, ਉਹ ਤੁਹਾਡੇ ਕੋਲੋਂ ਜਾਂਦਾ ਨਹੀਂ। ਜਿਹੜੇ ਮੇਰੇ ਕੋਲ ਮਕੈਨਿਕ ਨੇ ਮੇਰੇ ਨਾਲ ਉਹ 4 ਸਾਲ ਤੋਂ ਹੀ ਆ ਕਿ ਵੀ ਉਹੀ ਸ਼ੁਰੂ ਤੋਂ ਮਕੈਨਿਕ ਨੇ ਤੇ ਇਸ ਟਾਈਮ ਸਟਿਲ ਵੀ ਉਹੀ ਕੰਮ ਕਰ ਰਿਹਾ ਜੀ। ਅੱਛਾ, ਇੱਕ ਬਹੁਤ ਵੱਡਾ ਗੱਲ ਕਹਿ ਲਓ ਕਾਮਯਾਬੀ ਦੇ ਪਿੱਛੇ ਇੱਕ ਹੁੰਦਾ ਕਿ ਜਿਹੜਾ ਕੰਮ ਤੁਸੀਂ ਕਰਦੇ ਹੋ, ਹਾਂਜੀ ਤੁਸੀਂ ਉਹ ਕੰਮ ਹੁਣ ਤੁਸੀਂ ਮਕੈਨਿਕੀ ਆ ਆਪ ਚਾਹੇ ਕਰੋ ਨਾ ਕਰੋ, ਇਹ ਕਿੰਨਾ ਕੁ ਜ਼ਰੂਰੀ ਹੈ? ਕੋਈ ਵੀ ਅਸੀਂ ਬਿਜ਼ਨਸ ਖੋਲ੍ਹਦੇ, ਚਾਹੇ ਕੋਈ ਰੈਸਟੋਰੈਂਟ ਆ, ਚਾਹੇ ਕੋਈ ਟਰੱਕ ਮਕੈਨਿਕੀ ਦਾ, ਚਾਹੇ ਕੋਈ ਆ, ਕਿੰਨਾ ਕੁ ਜ਼ਰੂਰੀ ਹੈ ਕਿ ਓਨਰ ਜਿਹੜਾ ਹੈਗਾ ਉਹਨੂੰ ਆਪ ਕੰਮ ਦੀ ਜਾਣਕਾਰੀ ਹੋਣੀ ਚਾਹੀਦੀ ਹੈ? 100% ਹੀ ਜ਼ਰੂਰੀ ਹੈ ਜੀ ਵੈਸੇ ਤਾਂ, ਪਰ ਬਾਕੀ ਇਦਾਂ ਹੁੰਦਾ ਕਿ ਵੀ ਜੇ ਆਪਣੇ ਕੋਲੇ ਆਪਾਂ ਨੂੰ ਪਤਾ ਹੈ ਕੰਮ ਦਾ ਕਿ ਵੀ ਕੱਲ ਨੂੰ ਮਕੈਨਿਕ ਚੱਲ ਵੀ ਜਾਂਦਾ ਤੇ ਆਪਾਂ ਆਪ ਕਰ ਸਕਦੇ ਹੋਈਏ, ਕਿ ਵੀ ਇੰਨੀ ਕੁ ਨੌਲੇਜ ਕੰਮ ਦੀ ਹੋਣੀ ਚਾਹੀਦੀ ਆ ਕਿ ਵੀ ਜੇ ਆਪਣੇ ਕੋਲ ਟਰੱਕ ਖੁੱਲਿਆ ਹੋਇਆ ਨਾ ਕਿ ਵੀ ਆਪਾਂ ਉਹਨੂੰ ਆਪ ਬੰਨ੍ਹ ਸਕਦੇ ਹੋਈਏ, ਕਿ ਵੀ ਇੰਨੀ ਕੁ ਨੌਲੇਜ ਆਪਾਂ ਨੂੰ ਚਾਹੀਦੀ ਹੈ ਜੀ। ਜ਼ਰੂਰੀ ਹੈ ਜੇਕਰ ਲੋਡ ਪੈ ਜਾਵੇ ਬਿਲਕੁਲ ਜੀ। ਤੇ ਬਹੁਤ ਜ਼ਰੂਰੀ ਹੈ। ਤੇ ਪਰਮਿੰਦਰ ਭਾਜੀ ਗੱਲਾਂ ਪਤਾ ਸਰ ਗੱਲਾਂ 'ਚ ਪਤਾ ਨਹੀਂ ਲੱਗਦਾ, ਟਾਈਮ ਦਾ ਬ੍ਰੇਕ ਦਾ ਸਮਾਂ ਹੋ ਗਿਆ, ਪਰ ਮੈਂ ਇਸ ਗੱਲ ਨੂੰ ਬ੍ਰੇਕ ਤੋਂ ਬਾਅਦ ਜਿਹੜਾ ਅੱਗੇ ਤੋਰੂੰਗਾ ਉਹ ਇੱਕ ਸਾਡੇ ਪੰਜਾਬੀਆਂ ਦੇ ਵਿੱਚ ਖਾਸ ਆਦਤ ਹੈ ਕਿ ਬਈ ਭਾਈ ਜੈਗ ਨੇ ਕੰਮ ਦੇਖ ਲਓ 4 ਸਾਲ ਪਹਿਲਾਂ ਸ਼ੁਰੂ ਕੀਤਾ ਸੀ, ਅੱਜ ਦੇਖ ਲਓ ਜੀ ਘਰ ਵੀ 2 ਲੈ ਲਏ ਤੇ ਫਲਾਨਾ ਇੱਕ ਨਾਲ ਬਿਜ਼ਨਸ ਵੀ 2 ਹੋਰ ਸ਼ੁਰੂ ਕਰ ਲਏ ਤੇ ਨਾਲ ਗੱਡੀ ਵੀ ਬੜੀ ਮਹਿੰਗੀ ਰੱਖੀ ਆ, ਤੇ ਆਪਾਂ ਵੀ ਚਲੋ ਮਕੈਨਿਕੀ ਦਾ ਸ਼ੁਰੂ ਕਰਦੇ ਆ। ਇਹਦੇ ਬਾਰੇ ਗੱਲਬਾਤ ਕਰਾਂਗੇ, ਸਾਡੇ ਦਰਸ਼ਕ ਨਾਲ ਜੁੜੇ ਰਹੋ। ਪਰਮਿੰਦਰ ਸੰਘੇੜਾ ਜੀ ਤੇ ਜੈਗ ਖੇੜਾ ਜੀ ਦੋਨੋਂ ਸਾਡੇ ਨਾਲ ਨੇ, ਥੋੜੀ ਦੇਰ ਵਾਸਤੇ ਇਹਨਾਂ ਨਾਲ ਗੱਲਾਂ ਹੋਰ ਕਰਾਂਗੇ, ਦੇਖਦੇ ਰਹੋ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਹਾਜ਼ਰ ਹੈ ਜੀ ਫੋਰਟ ਵਰਥ ਟੈਕਸਸ ਦੇ ਵਿੱਚੋਂ ਅੱਜ ਦਾ ਪ੍ਰੋਗਰਾਮ ਤੁਹਾਡੇ ਰੂਬਰੂ ਕਰ ਰਹੇ ਹਾਂ। ਗੱਲਾਂ ਬਾਤਾਂ ਬਹੁਤ ਨੇ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਆਪਾਂ ਜਿੱਥੇ ਛੱਡ ਕੇ ਗਏ ਸੀ ਪ੍ਰੋਗਰਾਮ ਉਧਰਲੇ ਪਾਸੇ ਆਈਏ। ਸਾਡੇ ਇੱਧਰ ਅਕਸਰ ਦੇਖਿਆ ਮੈਂ ਬਹੁਤ ਸਾਰੇ ਸਾਡੇ ਰੈਸਟੋਰੈਂਟਾਂ ਵਾਲੇ ਬੰਦੇ ਹੈਗੇ ਨੇ ਮਿੱਤਰ, ਖੋਲ੍ਹਿਆ ਬੜਾ ਧੂਮ ਧੜੱਕੇ ਨਾਲ ਤੇ ਬਾਅਦ 'ਚ ਨਹੀਂ ਜੀ ਕੰਮ ਚੱਲਿਆ ਨਹੀਂ। ਉਹ ਕੀ ਦੇਖਦੇ ਵੀ ਫਲਾਣੇ ਬੰਦੇ ਨੇ ਰੈਸਟੋਰੈਂਟ ਖੋਲ੍ਹਿਆ ਤਾਂ ਲਿਖ ਲਓ ਯਾਰ 3 ਸਾਲ ਹੋ ਗਏ ਅਜੇ ਕੁਛ ਵੀ ਨਹੀਂ ਸੀ ਨਾ, ਹੁਣ ਤਾਂ ਇੰਨੀਆਂ ਚੀਜ਼ਾਂ ਆਪਾਂ ਵੀ ਇਹ ਕੰਮ ਕਰ ਲਈਏ। ਫਲਾਣੇ ਬੰਦੇ ਨੇ ਟਰੱਕ ਪਾਏ ਸੀ, ਇੱਕ ਪਾਇਆ ਸੀ, ਅੱਜ 10 ਟਰੱਕ ਨੇ। ਫਲਾਣੇ ਬੰਦੇ ਨੇ ਸਟੋਰ ਖੋਲ੍ਹਿਆ ਸੀ ਗਰੋਸਰੀ ਦਾ, ਲੈ ਅੱਜ ਦੇਖ ਲਓ ਕਿੱਥੇ ਦੀ ਕਿੱਥੇ ਪਹੁੰਚ ਗਿਆ। ਉਹਦੇ ਪਿੱਛੇ ਉਹ ਕਿਵੇਂ ਪਹੁੰਚਿਆ ਉਹ ਨਹੀਂ ਆਪਾਂ ਦੇਖਦੇ, ਠੀਕ ਹੈ ਜੀ। ਫਿਰ ਕੰਮ ਫੇਲ ਹੋ ਜਾਂਦਾ ਤੇ ਉਹਦਾ ਕਾਰਨ ਫਿਰ ਉਹੀ ਗੱਲ ਆ ਗਈ ਜੈਗ ਬਾਈ ਵਾਲੀ ਵੀ ਉਹਨਾਂ ਨੂੰ ਆਪ ਜਾਣਕਾਰੀ ਉਸ ਕੰਮ ਦੀ ਨਹੀਂ ਹੁੰਦੀ। ਸੋ ਇਹ ਸਾਡੇ ਪੰਜਾਬੀਆਂ ਦੀ ਫਿਤਰਤ ਕਿਉਂ ਹੈ ਕਿ ਦੇਖਾ ਦੇਖੀ ਕੰਮ ਅਸੀਂ ਕਰਦੇ ਹਾਂ। ਦੇਖੋ ਜੀ, ਆਪਾਂ ਨੂੰ ਇਹ ਹੁੰਦਾ ਵੀ ਇਹਨੇ ਜ਼ਿਆਦਾ ਪੈਸੇ ਕਮਾ ਲੈਣੇ ਆ, ਜਾਂ ਇਹਦੇ ਕੋਲ ਇੰਨੀਆਂ ਸ਼ਾਪਾਂ ਹੋ ਗਈਆਂ, ਜਾਂ ਇੰਨੇ ਟਰੱਕ ਹੋ ਗਏ ਵੀ ਸ਼ਾਇਦ ਅਸੀਂ ਵੀ ਇਸ ਕੰਮ ਦੇ ਵਿੱਚ ਕਾਮਯਾਬ ਹੋ ਸਕਦੇ ਹਾਂ। ਪਰ ਇਹ ਆਪਾਂ ਨਹੀਂ ਦੇਖਦੇ ਵੀ ਹਰੇਕ ਬੰਦੇ ਦੀ ਕਿੰਨੀ ਸਟਰਗਲ ਹੁੰਦੀ ਹੈ ਇਸ ਕੰਮ ਦੇ ਵਿੱਚ। ਬਹੁਤ ਮਿਹਨਤ ਲੱਗਦੀ ਆ, ਬਹੁਤ ਚੀਜ਼ਾਂ ਤੁਹਾਨੂੰ ਫਾਲੋ ਕਰਨੀਆਂ ਪੈਂਦੀਆਂ। ਜੇ ਹੁਣ ਮਕੈਨਿਕ ਦੀ ਵੀ ਆਪਾਂ ਗੱਲ ਕਰਦੇ ਹਾਂ, ਇਹਦੇ ਵਿੱਚ ਕੰਮਕਾਰ ਤੁਹਾਨੂੰ ਆਪ ਵੀ ਆਉਣਾ ਚਾਹੀਦਾ। ਫਿਰ ਤੁਸੀਂ ਆਪਦੇ ਮੈਨੇਜ ਕਿੱਦਾਂ ਕਰਦੇ ਆ ਉਹ ਕੰਮ ਦੇ ਉੱਤੇ ਜ਼ਿਆਦਾ ਫਰਕ ਪੈਂਦਾ ਆ। ਇਸ ਕਰਕੇ ਇਦਾਂ ਨਹੀਂ ਹੁੰਦਾ ਵੀ ਆਪਾਂ ਉਹਨੇ ਕੰਮ ਇਹ ਖੋਲ੍ਹਿਆ। ਤੁਹਾਨੂੰ ਪਤਾ ਵੀ ਪਿੱਛੇ ਜੇ ਅੱਗੇ ਜਦੋਂ ਫਰੈਜ਼ਨੋ ਦੇ ਵਿੱਚ ਆਈਸਕ੍ਰੀਮਾਂ ਦਾ ਕੰਮ ਚੱਲਿਆ ਸੀ ਤੇ ਸਾਰਿਆਂ ਨੇ ਆਈਸਕ੍ਰੀਮਾਂ ਦੀਆਂ ਬੈਨਾਂ ਪਾ ਲਈਆਂ ਸੀਗੀਆਂ, ਹੈ ਨਾ। ਸੋ ਇਦਾਂ ਹੀ ਆਪਾਂ ਇੱਕ ਦੂਜੇ ਵੱਲ ਦੇਖ ਕੇ ਕਰ ਲੈਣੇ, ਚਲੋ ਮਾੜੀ ਗੱਲ ਨਹੀਂ ਗੀ, ਕਾਪੀ ਵੀ ਕਰਨੀ ਚਾਹੀਦੀ ਹੈ, ਪਰ ਜੇ ਉਹ ਬਿਜ਼ਨਸ ਨੂੰ ਆਪਾਂ ਵਧੀਆ ਕਰੀਏ ਤੇ ਸਮਾਂ ਜ਼ਿਆਦਾ ਵਧੀਆ ਲੱਗਦਾ। ਬਿਜ਼ਨਸ ਵਧੀਆ ਕਰਨਾ ਚਾਹੀਦਾ। ਇੱਕ ਹੋਰ ਸਾਡੇ ਪੰਜਾਬੀਆਂ ਦੀ ਫਿਤਰਤ ਮੇਰੇ ਵਰਗਿਆਂ ਦੀ ਬਾਹਲਿਆਂ ਦੀ ਹੈਗੀ ਆ ਕਿ ਫਲਾਨਾ ਬੰਦਾ ਤੇ ਯਾਰ 4 ਸਾਲਾਂ 'ਚ ਕਾਮਯਾਬ ਹੋ ਗਿਆ ਤੇ ਇਹਨੂੰ ਹੁਣ ਥੱਲੇ ਕਿਵੇਂ ਲਾਈਏ, ਇਹਦਾ ਕੰਮ ਫੇਲ ਕਿਵੇਂ ਕਰੀਏ। ਬਾਹਲੇ ਲੋਕਾਂ ਦੀ ਕੋਸ਼ਿਸ਼ ਇਹ ਨਹੀਂ ਹੁੰਦੀ ਕਿ ਸਾਡਾ ਕੰਮ ਕਿਵੇਂ ਚੱਲੇ, ਇਹ ਹੁੰਦੀ ਆ ਕਿ ਦੂਏ ਬੰਦੇ ਦਾ ਕੰਮ ਫੇਲ ਕਿਵੇਂ ਕਰਨਾ। ਜੇ ਉਹ ਨਹੀਂ ਸੂਸਾਦ ਲੱਗਦਾ ਫਿਰ ਉੱਤੇ ਫਿਰ ਤਾਨੇ ਮਿਹਣੇ ਤੇ ਜਾਂ ਪੁੱਠਾ ਸਿੱਧਾ ਲੱਤਾਂ ਖਿੱਚਣ ਵਾਸਤੇ ਉਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਨੇ। ਇਹ ਤੁਹਾਡਾ ਇਹੋ ਜਿਹਾ ਨਹੀਂ ਕੁਝ ਬਚਾ ਰਿਹਾ? ਨਹੀਂ ਬਚਾ ਤਾਂ ਰਿਹਾ ਹੀ, ਬਟ ਇਦਾਂ ਹੁੰਦਾ ਜੀ ਕਿ ਵੀ ਕਹਿੰਦੇ ਨਹੀਂ ਹੁੰਦੇ, ਇੱਕ ਕਹਾਵਤ ਹੈ ਕਿ ਵੀ ਘਰ ਦਾ ਪੇਤੀ ਲੰਕਾ ਢਾਏ, ਨਹੀਂ ਕਿ ਵੀ ਜਦੋਂ ਬੰਦਾ ਕੋਈ ਕਾਮਯਾਬ ਹੁੰਦਾ ਨਹੀਂ ਬਾਹਰਲਿਆਂ ਨਾਲੋਂ ਪਹਿਲਾਂ ਘਰ ਦੇ ਹੀ ਆ ਕੇ ਲੱਤਾਂ ਖਿੱਚਦੇ ਆ ਤੇ ਘਰ ਦੇ ਹੀ ਤੁਹਾਡੀ ਜੜ੍ਹਾਂ 'ਚ ਬਹਿੰਦੇ ਆ, ਜਿਨ੍ਹਾਂ ਨੂੰ ਬੰਦਾ ਕभी ਕਹਿੰਦਾ ਹੁੰਦਾ ਕਿ ਵੀ ਨਾਲ ਲੈ ਕੇ ਚੱਲੇ ਤੇ ਉਹੀ ਆਪਣੀਆਂ ਲੱਤਾਂ ਜਦੋਂ ਖਿੱਚਣ ਲੱਪਣ ਤੇ ਉਦੋਂ ਬੰਦੇ ਨਾਲ ਥੋੜਾ ਜਿਹਾ ਜ਼ਿਆਦਾ ਸੱਟ ਲੱਗਦੀ ਹੈ ਜੀ, ਕਿ ਬੰਦਾ ਉਦੋਂ ਦੁੱਖ ਜ਼ਿਆਦਾ ਮਹਿਸੂਸ ਕਰਦਾ ਕਿ ਵੀ ਬਾਹਰ ਨਾਲੋਂ
ਘਰ ਦੇ ਹੀ ਆਪਣੇ ਕਰਨ ਲੱਗ ਪਏ ਹੂੰ। ਹਨਾ ਜੀ, ਕਿ ਵੀ ਉਦੋਂ ਥੋੜਾ ਜਿਹਾ ਹੁੰਦਾ, ਪਰ ਸਾਡੇ ਨਾਲ ਮਿਹਨਤ ਵੀ ਹੋਈ ਨੇ, ਬਟ ਮੈਂ ਕਹਿੰਦਾ ਕਿ ਵੀ ਚਲੋ ਤੁਸੀਂ ਕੋਈ ਗੱਲ ਆਪ ਨਹੀਂ। ਆਪ ਬਚਾ ਕਰਨਾ ਪੈਂਦਾ ਹਾਂਜੀ, ਹੈ। ਆਪ ਹੁੰਦਾ ਕਰਨਾ ਸਭ ਪੈਂਦਾ ਨੇ ਹੀ ਹੈ, ਹਰ ਬੰਦਾ ਜਿਹੜਾ ਕੋਈ ਕਾਮਯਾਬੀਆਂ ਵੱਲ ਵੱਧਦਾ ਹੈ ਉਹਦੇ ਨਾਲ ਕੋਈ ਨਾ ਕੋਈ, ਚਾਹੇ ਘਰ ਦਾ ਚਾਹੇ ਬਾਹਰਲਾ, ਕੋਈ ਨਾ ਬਾਹਰਲਾ ਕੋਈ ਪੰਗਾ ਇਸ ਤਰ੍ਹਾਂ ਦਾ ਰਹਿੰਦਾ, ਤੇ ਆਪ ਰਹਿੰਦੇ ਬਚਾ ਨੇ। ਕਰਨਾ ਪੈਂਦਾ। ਆਪ ਹੀ ਕਰਨਾ ਪੈਂਦਾ ਜੀ, ਕਿਸੇ ਨੇ ਆਪ ਕਰਨਾ ਨਹੀਂ ਆਣ ਕੇ, ਜੇ ਆਪਾਂ ਨਾ ਕਰਾਂਗੇ ਤਾਂ ਵੀ ਕਰੂਗਾ ਕੌਣ? ਹੂੰ। ਠੀਕ ਹੈ ਨਾ ਜੀ, ਕਿ ਇਹ ਮੇਨ ਬਹੁਤ ਹੈ। ਇੱਕ ਸਾਨੂੰ ਕਈ ਲੋਕ ਕਹਿੰਦੇ ਹੁੰਦੇ ਯਾਰ ਆ ਤੁਸੀਂ ਜ਼ਰੂਰ ਗੱਲ ਕਰਿਆ ਕਰੋ ਟੀਵੀ ਤੇ, ਵੀ ਇੱਕ ਹੋਰ ਜਿਹੜੀ ਸਾਡੀ ਪੰਜਾਬੀਆਂ ਦੀ ਸਮੱਸਿਆ, ਮੰਨ ਲਓ ਮੈਂ ਤੁਹਾਡਾ ਯਾਰ ਦੋਸਤ ਹਾਂ, ਠੀਕ ਹੈ, ਮੇਰੀ ਵੀ ਮਕੈਨਿਕ ਸ਼ਾਪ ਆ ਕਿਤੇ, ਹਾਂਜੀ ਤੇ ਮੈਂ ਜਦੋਂ ਤੁਹਾਡੇ ਕੋਲੇ ਆਉਣਾ ਤਾਂ ਮੈਂ ਨਿਗਾਹ ਇਹ ਰੱਖਣੀ ਵੀ ਇਹਦਾ ਮਕੈਨਿਕ ਸਭ ਤੋਂ ਵਧੀਆ ਕਿਹੜਾ ਤੇ ਪੱਟਣਾ ਕਿੱਦਾਂ। ਹਾਂ ਇਹ ਬਹੁਤ ਤੇ ਜ਼ਰੂਰੀ ਹੈ ਜੀ। ਇਹ ਰੈਸਟੋਰੈਂਟਾਂ 'ਚ ਬੜੀ ਪ੍ਰੋਬਲਮ ਹੈ ਹਾਂਜੀ, ਇਹ। ਹਾਂਜੀ। ਉਹ ਕਹਿੰਦਾ ਯਾਰ ਵੀ ਇਹ ਇਦਾਂ ਤੁਸੀਂ ਇਹਦਾ ਕਹੋ ਵੀ ਭਾਈ ਆਪੇ ਹੀ ਆਪਣੀ ਕਿਉਂ ਇੱਕ ਦੂਜੇ ਦੇ ਦੁਸ਼ਮਣ ਬਣਦੇ ਆ, ਸਹੀ ਗੱਲ ਤੇ ਇਹ ਜਿਹੜਾ ਪਟਪਟਈਏ ਦਾ ਕੰਮ ਹੈ, ਚਾਹੇ ਲੋੜ ਪੈਣ ਤੇ- EMPLOYE ਦਾ। ਲੋੜ ਪੈਣ ਤੇ ਆਪਾਂ ਇੱਕ ਦੂਜੇ ਦੀ ਹੈਲਪ ਕਰਨ ਨੂੰ ਬੈਠੇ ਆ। ਲੋੜ ਪੈਣ ਤੇ ਹੁਣ ਜਿੱਦਾਂ ਮੇਰਾ ਮੇਨ ਮਕੈਨਿਕ ਹੈ ਜੀ ਜਿਹੜਾ, ਉਹ ਡੈਲਸ ਦੇ ਵਿੱਚ ਨਗ ਗਿਣਿਆ ਜਾਂਦਾ ਆਪਣੇ ਇੱਥੇ। ਉਹ ਨਗ ਮੀਨਸ ਲਾਈਕ ਵੀ ਆਪਣੇ 3 ਮਕੈਨਿਕ ਨੇ ਇੱਥੇ ਜਿਹੜੇ ਸਰਟੀਫਾਈਡ ਨੇ। ਤਾਂ ਹੁਣ ਮੈਂ ਕਿਸੇ ਕੋਈ ਬੰਦਾ ਮੇਰਾ ਫਰੈਂਡ ਕਵੇ, ਮੇਰੇ ਫਰੈਂਡਾਂ ਕੋਲ ਸ਼ਾਪਾਂ ਨੇ, ਉਹ ਕਹਿਣ ਕਿ ਵੀ ਸਾਨੂੰ ਲੋੜ ਆ, ਮੈਂ ਕਹਿ ਵੀ ਦਿੰਦਾ ਕਿ ਵੀ ਚੱਲ ਜਾ ਕੋਈ ਗੱਲ ਨਹੀਂ, ਕਿ ਵੀ 2 ਦਿਨ ਤੂੰ ਉੱਥੇ ਲਾਇਆ। ਪਰ ਜਿਹੜਾ ਪੱਟ ਪਟਾਉਣ ਵਾਲਾ ਕੰਮ ਆ ਜੀ, ਉਹਦੇ ਨਾਲ ਕੀ ਆਪਾਂ ਕਰ ਲਾਂਗੇ? ਕਿ ਵੀ ਆਪਾਂ ਅੱਜ ਜੇ ਅੱਜ ਮਕੈਨਿਕ ਨੂੰ 1500 ਦਿੰਨੇ ਆ, ਕੱਲ੍ਹ ਨੂੰ ਦੂਜਾ ਆ ਕੇ ਕਵੇ 1700 ਦੋ, ਉਹ ਤਾਂ ਤੁਹਾਡੇ ਮਕੈਨਿਕ ਤੇ ਡਿਪੈਂਡ ਕਰਦਾ ਕਿ ਤੁਸੀਂ ਟਰੀਟ ਕਿੱਦਾਂ ਕਰਦੇ ਉਹਨੂੰ। ਇਹ ਗੱਲ ਆ ਗਈ ਕਿ ਇਹ ਕੈਲੀਫੋਰਨੀਆ ਮੈਨੂੰ ਲੱਗਦਾ ਥੋੜਾ ਜਿਹਾ ਜ਼ਿਆਦਾ, ਖਾਸ ਤੌਰ ਤੇ ਰੈਸਟੋਰੈਂਟਾਂ ਵਾਸਤੇ ਬੰਦੇ ਉੱਥੇ ਨਹੀਂ ਮਿਲਦੇ, ਤੇ ਮਤਲਬ ਕੈਲੀਫੋਰਨੀਆ ਸ਼ੁਰੂ ਤੋਂ ਤਰਾਸਦੀ ਰਹੀ ਹੈ ਰੈਸਟੋਰੈਂਟਾਂ ਵਾਸਤੇ ਸ਼ੈਫ ਤੇ ਟਰੱਕਾਂ ਵਾਸਤੇ ਡਰਾਈਵਰ। ਕਮੀ ਹੋ ਰਹੀ ਹੈ, ਹੁਣ ਤਾਂ ਖੈਰ ਠੀਕ ਹੋ ਗਈ ਹੈ ਟਰੱਕਾਂ ਡਰਾਈਵਰ ਵਾਲੀ, ਕਿਉਂਕਿ ਕੰਮ ਘਟ ਗਏ ਬਹੁਤ ਅੱਗੇ ਨੂੰ। ਤੇ ਇਹ ਜਿਹੜਾ ਹੈਗਾ ਇਹ ਕਿ ਮਤਲਬ ਇਹ ਬੰਦੇ ਦੀ ਆਦਤ ਦੇ ਵਿੱਚ ਸ਼ਾਮਲ ਹੁੰਦੀ ਇਹ ਚੀਜ਼ ਕਿ ਅਗਲੇ ਦਾ ਕੰਮ ਖਰਾਬ ਕਰਨਾ, ਮੇਰਾ ਠੀਕ ਹੋਵੇ ਨਾ ਹੋਵੇ। ਔਰ ਬਹੁਤ ਸਾਰੇ ਲੋਕ ਇੰਡੀਆ ਦੀ ਵੀ ਗੱਲ ਕਰ ਲਈਏ, ਚੈਨਲਾਂ ਦੀ ਗੱਲ ਕਰ ਲਈਏ, ਜੇ ਕੋਈ 25000 ਰੁਪਏ ਲੈਂਦਾ ਤੇ ਉਹਨੂੰ 35 ਕਰਕੇ ਇੱਕ ਵਾਰੀ ਪੱਟ ਲੈਣਾ, ਹਾਂਜੀ। ਤੇ ਮੁੜ ਕੇ ਜਵਾਬ ਦੇਣਾ। ਤੇ ਇਹ ਕਿਉਂ ਇਦਾਂ ਹੈਗਾ ਸਾਡੇ ਵਿੱਚ? ਇਹ ਦੇਖੋ ਜੀ, ਆਪਣੇ ਮੈਨੂੰ ਲੱਗਦਾ ਆਪਣੇ ਕੀ ਇਹ ਸਾਰੇ ਮੁਲਕਾਂ ਦੇ ਵਿੱਚ ਜਿਹੜੇ ਲੋਕ ਆ ਇੱਥੇ ਆਉਂਦੇ, ਉਹ ਇਹੀ ਕਰਦੇ ਆ। ਅਗਲਾ ਕਹਿ ਦਿੰਦਾ ਵੀ ਇਹਦਾ ਕੰਮ ਮੇਰੇ ਨਾਲੋਂ ਕਿਤੇ ਜ਼ਿਆਦਾ ਨਾ ਵੱਜ ਜਾਵੇ, ਇਹਦਾ ਕੰਮ ਖਰਾਬ ਕਰਨ ਲਈ ਅਗਲਾ ਸਾਰਾ ਦਿਮਾਗ ਲਾ ਦਿੰਦਾ। ਇਹ ਨਹੀਂ ਸੋਚਦਾ ਵੀ ਮੇਰਾ ਕੰਮ ਜ਼ਿਆਦਾ ਚੱਲੇ, ਸਮਾਂ ਉਧਰ ਨੂੰ ਆ ਬੰਦਾ ਧਿਆਨ ਦੇਵੇ ਨਾ। ਇੱਥੇ ਇਦਾਂ ਦੀ ਕੋਸ਼ਿਸ਼ ਬੰਦਾ ਜਾਰੀ ਰੱਖਦਾ ਵੀ ਅਗਲੇ ਦਾ ਕੰਮ ਖਰਾਬ ਕਰਕੇ ਫੇਰ ਮੈਨੂੰ ਖੁਸ਼ੀ ਜ਼ਿਆਦਾ ਮਿਲਣੀ ਆ। ਉਹੀ ਕਹਿੰਦੇ ਨਾ ਵੀ ਉਹ ਬੰਦਾ ਸਭ ਤੋਂ ਵੱਧ ਦੁਖੀ ਆ ਜਿਹਦਾ ਗਵਾਂਢੀ ਸੁਖੀ ਆ। ਤੇ ਇੱਕ ਸਰਵੇ ਵੀ ਆਇਆ ਸੀ ਪਰਮਿੰਦਰ ਬਾਜੀ, ਚਲੋ ਹੁਣ ਗੱਲਾਂ 'ਚੋਂ ਆਪਾਂ ਗੱਲਾਂ ਤਾਂ ਤੁਹਾਡੇ ਬਿਜ਼ਨਸ ਦੀਆਂ ਵੀ ਕਰਨੀਆਂ ਸੀਗੀਆਂ। ਸਰਵੇ ਆਇਆ ਸੀਗਾ ਤੰਤਰਕ ਜਿਹੜੇ ਹੈਗੇ ਨੇ ਜਾਂ ਜਿਹੜੇ ਪੁੱਛਾਂ ਪੱਛਾਂ ਦੇਣ ਵਾਲੇ ਆ, ਉਹ ਕਹਿੰਦੇ ਵੀ 80% ਲੋਕ ਸਾਡੇ ਕੋਲ ਉਹ ਆਉਂਦੇ ਆ ਜਿਹੜੇ ਕਹਿੰਦੇ ਜੀ ਪੈਸੇ ਦੱਸੋ ਕਿੰਨੇ ਲੱਗਣੇ, ਤੇ ਫਲਾਣੇ ਦਾ ਪੱਠਾ ਬਿਠਾਉਣਾ, ਫਲਾਣੇ ਦਾ ਐ ਕਰਨਾ। ਸਾਡੇ ਇਹ ਜ਼ਿਆਦਾ। ਅੱਛਾ, ਅਸੀਂ ਆਪਣੇ ਵਾਲੇ ਪਾਸੇ ਚੱਲਦੇ ਹਾਂ। ਇੱਕ ਜੈਗ ਭਾਜੀ, ਜਦੋਂ ਤੁਸੀਂ ਕਰਦੇ ਹੋ ਆਮ ਤੌਰ ਤੇ ਕੀ ਹੁੰਦਾ, ਦੇਖਿਆ ਕਿ ਕੋਈ ਆ ਗਿਆ ਟਰੱਕ ਤੇ ਤੁਸੀਂ ਕਹਿੰਦੇ ਜੀ ਰੁਕੋ, ਹਜੇ ਪਾਰਟਸ ਜਿਹੜੇ ਆਰਡਰ ਕਰਨੇ ਪੈਣੇ ਆ ਸਾਰੇ, ਉਹਨੂੰ ਹਫਤਾ ਲੱਗਣਾ, ਉਹਨੂੰ 20 ਦਿਨ ਲੱਗਣੇ ਆ। ਤੇ ਜਿਹੜੇ ਟਰੱਕ ਨਾਲ ਰਿਲੇਟਡ ਪਾਰਟਸ ਵਗੈਰਾ ਹੈਗੇ ਨੇ, ਸਪੇਅਰ ਪਾਰਟਸ ਕਹਿ ਲਓ, ਚਾਹੇ ਕੋਈ ਇਲੈਕਟ੍ਰੀਕਲ ਪਾਰਟਸ ਕਹਿ ਲਓ, ਤੇ ਉਹ ਸਾਰੇ ਤੁਹਾਡੇ ਕੋਲ ਹੀ ਹੈ ਜਾਂ ਤੁਸੀਂ ਵੀ ਇਦਾਂ ਫੇ ਆਰਡਰ ਦੇ ਕੇ ਬਣਾਉਣੇ ਆ ਜਾਂ ਟਾਈਮ ਲੱਗ ਸਕਦਾ? ਨਹੀਂ, ਜਿਹੜੇ ਤਾਂ ਨਵੇਂ ਪਾਰਟਸ ਨੇ ਲਾਈਕ ਵੀ ਉਹ ਤਾਂ ਆਪਾਂ ਨੂੰ ਵੀ ਆਰਡਰ ਹੀ ਕਰਨੇ ਪੈਂਦੇ ਆ। ਵੀ ਜੇ ਆਪਾਂ ਲਾਈਕ ਹੁਣ ਜਿੱਦਾਂ ਸ਼ਾਰਟੇਜ ਆਉਂਦੀ ਆ ਪਾਰਟਸ ਦੀ ਜ਼ਿਆਦਾਤਰ ਨਾ, ਕਿ ਵੀ ਜਿਹੜੇ ਨਵੇਂ ਪਾਰਟਸ ਨੇ ਉਹ ਆਰਡਰ ਕਰਨੇ ਪੈਂਦੇ ਆ। ਕਿ ਜੇ ਕੋਈ ਬੰਦਾ ਕਹਿੰਦਾ ਕਿ ਵੀ ਨਹੀਂ ਮੈਨੂੰ ਯੂਜ਼ਡ ਕਰ ਦਿਓ, ਤੇ ਯੂਜ਼ਡ ਆਪਣੇ ਕੋਲ ਅਵੇਲੇਬਲ ਹੈਗੇ ਆ ਸਾਰੇ ਪਾਰਟਸ, ਤਕਰੀਬਨ ਸਾਰੇ ਹੈਗੇ ਆ A to G ਜਿੰਨੇ ਟਰੱਕ ਦੇ। ਇਸ ਟਾਈਮ ਜਿੱਦਾਂ CPC ਦੀ ਬਹੁਤ ਸ਼ਾਰਟੇਜ ਚੱਲ ਰਹੀ ਆ, ਆ ਆਪਣੇ ਕੋਲੇ ਹੈਗੇ ਆ ਜੀ, ਕਿ ਵੀ ਉਹ ਵੀ ਪਏ ਨੇ। ਬਾਕੀ ਨੌਕ ਸੈਂਸਰ ਵਗੈਰਾ ਉਹ ਵੀ ਪਏ ਨੇ। ਮੈਂ ਤੁਸੀਂ ਸ਼ੂਟ ਕਾ ਬਾਅਦ ਚ ਦੇਖ ਲਿਓ, ਆਪਣੇ ਕੋਲ ਪਾਰਟ ਰੂਮ ਪੂਰਾ ਹੈਗਾ ਜੀ, ਕਿ ਵੀ ਪਾਰਟ ਰੂਮ ਪੂਰਾ ਹੈਗਾ। ਕਿ ਵੀ ਪਾਰਟਾਂ ਦੀ ਇਸ ਟਾਈਮ ਬਹੁਤ ਪ੍ਰੋਬਲਮ ਆ ਰਹੀ ਹੈ ਜੀ, ਇਹਦੇ ਚ ਨੋ ਡਾਊਟ। ਇਹ ਕੋਵਿਡ ਤੋਂ ਬਾਅਦ ਜਿਹੜੀ ਸਪਲਾਈ ਘਟ ਗਈ। ਹਾਂਜੀ, ਇੱਕ ਸਪਲਾਈ ਘਟ ਗਈ, ਇੱਕ ਤਾਂ ਬਣਾਉਣੇ ਜਿਹੜੇ ਪਾਰਟ ਹੈ ਨਾ ਜੀ, ਉਹ ਬਣਾਉਣ ਵਾਲੀਆਂ ਕੰਪਨੀਆਂ ਕੋਵਿਡ ਤੋਂ ਬਾਅਦ ਕਾਫੀ ਬੈਂਕਰਪਸੀਆਂ ਵੀ ਕਰ ਗਈਆਂ। ਉਹ ਅੱਛਾ, ਬਹੁਤ ਸਾਰੀਆਂ ਕੰਪਨੀਆਂ ਬੰਦ ਵੀ ਹੋ ਗਈਆਂ। ਤੇ ਕੋਵਿਡ ਦੇ ਦੌਰਾਨ ਫਿਰ ਤੁਹਾਡੇ ਵਾਲੇ ਕੰਮ ਤੇ ਕਿ ਜਦ ਕਿ ਟਰੱਕਾਂ ਦੀ ਗੱਲ ਕਰੀਏ, ਤੇ ਟਰੱਕਾਂ ਦਾ ਕੰਮ ਬਿਜ਼ਨਸ ਜਿਹੜਾ ਸੀ ਬਹੁਤ ਉੱਪਰ ਗਿਆ ਕੋਵਿਡ ਦੇ ਵਿੱਚ। ਬਿਲਕੁਲ। ਤੇ ਤੁਹਾਡੇ ਕੰਮ ਤੇ ਕੋਈ ਅਸਰ ਪਿਆ ਸੀ ਜਾਂ ਤੁਹਾਡਾ ਵੀ ਰੂਟੀਨ ਦੇ ਵਿੱਚ ਸੀਗਾ? ਨਹੀਂ ਜੀ, ਸਾਡਾ ਕੰਮ ਤਾਂ ਕੋਵਿਡ ਦੇ ਵਿੱਚ ਵੀ ਉਦਾਂ ਦਾ ਹੀ ਚੱਲੀ ਗਿਆ, ਕਿਉਂਕਿ ਟਰੱਕ ਸਾਰੇ ਚੱਲਦੇ ਸੀ। ਟਰਾਂਸਪੋਰਟ ਤੇ ਅਮਰੀਕਾ ਖੜੀ ਆ, ਤੇ ਟਰਾਂਸਪੋਰਟ ਸਟਾਪ ਨਹੀਂ ਹੋ ਸਕਦਾ, ਤੇ ਸ਼ਾਪ ਵੀ ਸਟਾਪ ਨਹੀਂ ਹੋ ਸਕਦੀ। ਮੇਨ ਇਹ ਚੀਜ਼ ਹੈ ਕਿ ਵੀ ਜਿੰਨਾ ਚੱਕਰ ਟਰੱਕ ਚੱਲਦੇ ਉਹਨਾਂ ਚੱਕਰ ਸ਼ਾਪ ਵੀ ਚੱਲੂਗੀ ਜੀ। ਟਰੱਕ ਤਾਂ ਦੇਖੋ ਜੀ, ਅਮਰੀਕਾ ਹੈ ਹੀ ਟਰਾਂਸਪੋਰਟ ਦੇ ਸਿਰ ਤੇ। ਅਮਰੀਕਾ ਦੀ ਤਰੱਕੀ ਜਿਹੜੀ ਇਕਨੋਮੀ ਆ ਉਹ ਜ਼ਿਆਦਾ ਉੱਤੇ ਡਿਪੈਂਡ ਕਰਦੀ ਆ। ਅੱਛਾ, ਇੱਕ ਜ਼ਰੂਰ ਗੱਲ ਕਰੀਏ ਪਰਮਿੰਦਰ ਭਾਜੀ ਕਿ ਕੋਵਿਡ ਦੌਰਾਨ ਇੰਡੀਆ ਦਾ ਔਰ ਇੱਥੋਂ ਦਾ ਫਰਕ ਸਰਕਾਰਾਂ ਦਾ। ਇੱਥੇ ਪੈਸੇ ਦਿੱਤੇ ਨੇ ਗੌਰਮੈਂਟਾਂ ਨੇ, ਰਿਆਤ ਤੇ ਕਈ ਤਾਂ ਕਿਤੇ ਸਾਰੀ ਜ਼ਿੰਦਗੀ ਉਹਨੇ ਪੈਸੇ ਨਹੀਂ ਦੇਖੇ ਸੀਗੇ। ਤੇ ਪੰਜਾਬ ਦੇ ਵਿੱਚ ਤੇ ਭਾਰਤ ਦੀਆਂ ਸਰਕਾਰਾਂ ਨੇ ਆਪਦੇ ਅਕਾਊਂਟ ਨੰਬਰ ਦਿੱਤੇ ਸੀ ਵਿੱਚ ਜਮ੍ਹਾਂ ਕਰਾਓ।
ਦੇਖੋ ਜੀ ਇੱਥੇ ਫਰਕ ਤਾਂ ਹੈਗਾ ਆ। ਇੱਥੇ ਇਹਨਾਂ ਨੇ ਪੈਸੇ ਲੋਕਾਂ ਨੂੰ ਇਸ ਕਰਕੇ ਦਿੱਤੇ ਸੀ ਵੀ ਬੰਦਾ ਉਹ ਪੈਸੇ ਦੇ ਨਾਲ ਆਪਦੇ ਇੰਪਲੋਈਆਂ ਨੂੰ ਪੈਸੇ ਦੇਈ ਜਾਵੇ। ਹੁਣ ਕਈ ਸਾਡੇ ਭਰਾਵਾਂ ਨੇ ਇੱਦਾਂ ਆ ਵੀ ਉਹਨਾਂ ਨੇ ਆਪਦੇ ਮਕਾਨ ਵਧੀਆ ਬਣਾ ਲਏ ਤੇ ਉਹ ਇੰਪਲੋਈ ਵਿਚਾਰੇ ਫੇਰ ਧੱਕੇ ਖਾਂਦੇ ਫਿਰਦੇ ਆ। ਪਰ ਬਹੁਤ ਆਪਣੇ ਕੰਪਨੀਆਂ ਨੇ ਇੱਕ ਦੂਜੇ ਦੀ ਮਦਦ ਕੀਤੀ ਆ, ਬਹੁਤ ਵਧੀਆ ਗੱਲ ਆ। ਇਹ ਆਪਣੇ ਪਰ ਇੰਡੀਆ ਦੇ ਵਿੱਚ ਤੁਸੀਂ ਦੇਖ ਲਓ ਵੀ ਉਹ ਲੋਕਾਂ ਦੀ ਮਦਦ ਉਹਨਾਂ ਨੇ ਕਿੱਥੋਂ ਕਰਨੀ ਆ, ਆਪਦਾ ਉਹਨਾਂ ਦਾ ਢਿੱਡ ਭਰ ਜਾਵੇ ਤੇ ਉਹੀ ਵਧੀਆ ਗੱਲ ਆ, ਹੈ ਨਾ ਜੀ। ਤੇ ਟਰੱਕਾਂ ਦਾ ਵੀ ਜੈਕ ਭਾਜੀ ਇੰਡੀਆ ਦਾ ਔਰ ਇੱਥੋਂ ਦਾ ਮੇਰੇ ਖਿਆਲ ਹੁਣ ਥੋੜ੍ਹਾ ਬਹੁਤ ਇੰਡੀਆ 'ਚ ਵੀ ਸੁਧਾਰ ਹੋ ਗਿਆ ਹੋਣਾ, ਤੇ ਹੁਣ ਇੱਥੇ ਨਹੀਂ ਤਾਂ ਬਹੁਤ ਜ਼ਿਆਦਾ ਫਰਕ ਸੀ। ਇੰਡੀਆ ਦੇ ਵਿੱਚ ਕੋਈ ਕੁੜੀ ਵਾਲੇ ਦੇਖਣ ਜਾਂਦੇ ਮੁੰਡੇ ਨੂੰ, ਤੇ ਜੇ ਪਤਾ ਲੱਗਦਾ ਸੀ ਮੁੰਡਾ ਟਰੱਕ ਡਰਾਈਵਰ ਆ, ਤੇ ਉਹ ਬੂਹੋਂ ਬਾਹਰੋਂ ਮੁੜੇ ਆਉਂਦੇ ਸੀ, ਪਾਣੀ ਵੀ ਨਹੀਂ ਪੀਂਦੇ ਸੀ। ਤੇ ਇੱਧਰ ਪਤਾ ਲੱਗਦਾ ਵੀ ਇਹ ਟਰੱਕ ਡਰਾਈਵਰ ਅਗਲੇ ਕਿਤੇ ਯਾਰ ਇਹਨਾਂ ਦਾ ਕੰਮ ਹੀ ਕੋਈ ਨਹੀਂ, ਪੈਸੇ ਬਹੁਤ ਕਮਾਉਂਦੇ ਆ। ਤੇ ਇਹ ਇੱਧਰ ਫਰਕ ਕਿੱਥੇ ਆ, ਉਹ ਚੀਜ਼ ਦਾ ਫਰਕ ਕੀ ਲੱਗਦਾ ਕਿ ਇੱਧਰ ਸਿਸਟਮ ਜ਼ਿਆਦਾ ਵਧੀਆ ਇੰਡੀਆ ਨਾਲੋਂ ਤਾਂ ਕਰਕੇ? ਸਿਸਟਮ ਤਾਂ ਹੈਗਾ ਜੀ, ਉਹ ਤਾਂ ਆਪਾਂ ਦੇਖ ਹੀ ਸਕਦੇ ਹਾਂ ਜੱਗੀ ਭਾਈ, ਵੀ ਤੁਹਾਨੂੰ ਵੀ ਪਤਾ ਹੀ ਆ ਉੱਥੇ ਦੇ ਸਿਸਟਮ ਨਾਲੋਂ ਤੇ ਇੱਥੇ ਸਿਸਟਮ ਦਾ ਬਹੁਤ ਫਰਕ ਆ। ਦੂਜੀ ਗੱਲ ਇਹ ਹੋ ਜਾਂਦੀ ਆ ਇੱਕ ਵੀ ਇੱਕ ਸਟੈਂਪ ਜਿਹੜੀ ਲੱਗ ਜਾਂਦੀ ਅਮਰੀਕਾ ਦੀ ਉਹ ਜ਼ਿਆਦਾ ਆ ਜਾਂਦੀ। ਤੀਜੀ ਗੱਲ ਇਹ ਹੋ ਜਾਂਦੀ ਜੇ ਇੱਥੇ ਆ ਡਾਲਰ ਉੱਥੇ ਜਾ ਕੇ 80 ਬਣ ਜਾਂਦੇ, ਇਹ ਬਹੁਤ ਫਰਕ ਆ ਜੀ, ਹੈ ਨਾ। ਕਿ ਵੀ ਟਰੱਕ ਹੁਣ ਪਹਿਲਾਂ ਆਪਣੇ ਲੋਕਾਂ ਨੇ ਟਰੱਕਾਂ ਦੀ ਜਿਹੜੀ ਵੀ ਕਹਿ ਲਓ ਕਿ ਵੀ ਇਮੇਜ ਸੀ ਉਹ ਆਪਾਂ ਹੀ ਬਣਾਉਣੀਆਂ ਜੀ ਤੇ ਆਪਾਂ ਹੀ ਦਿਖਾਉਣੀਆਂ, ਕਿ ਵੀ ਉਹੀ ਜਿਹੜੀ ਚੀਜ਼ ਆ ਉਹ ਹੁਣ ਉਹਦੇ 'ਚ ਵੀ ਸੁਧਾਰ ਬਹੁਤ ਆ ਗਿਆ ਜੀ, ਹੈ ਨਾ। ਇੱਕ ਵੀ ਪੁਰਾਣੇ ਸਮਿਆਂ ਦੇ ਵਿੱਚ ਚਲੋ ਆਪਾਂ ਬਾਹਲੇ ਟਾਈਮ ਤਾਂ ਨਹੀਂ ਕਹਿੰਦੇ, ਕਿ ਵੀ ਥੋੜ੍ਹਾ ਚਿਰ ਪਹਿਲਾਂ ਲਾ ਲਓ 5-7 ਸਾਲ ਪਹਿਲਾਂ ਦੀ ਗੱਲ ਆ, ਕਿ ਵੀ ਲੋਕੀ ਇਮੇਜ ਇਹ ਕਹਿੰਦੇ ਸੀ ਕਿ ਵੀ ਨਹੀਂ ਯਾਰ ਬੰਦਾ ਟਰੱਕ ਚਲਾਉਂਦਾ ਨਹੀਂ, ਇਹ ਤਾਂ ਵੀ ਪਤਾ ਨਹੀਂ ਕੀ ਖਾਂਦਾ ਉਹ, ਠੀਕ ਹੈ ਜੀ। ਕਿ ਵੀ ਉਹ ਇਮੇਜ ਵੀ ਜਿਹੜੀ ਉਹ ਆਪਾਂ ਹੀ ਬਣਾਈਓ ਸੀ, ਠੀਕ ਹੈ ਜੀ, ਕਿ ਵੀ ਆਪਾਂ ਹੀ ਬਣਾਈਓ ਸੀ ਤੇ ਆਪਾਂ ਹੀ ਉਹਨੂੰ ਸਹੀ ਕਰਨਾ ਸੀ। ਬਿਲਕੁਲ ਜੀ, ਸਿਸਟਮ ਦਾ ਬਹੁਤ ਵੱਡਾ ਪਰਮਿੰਦਰ ਜੀ ਫਰਕ ਹੈ। ਪਰ ਇੱਥੇ ਇੱਕ ਹੋਰ ਵੀ ਹੈ ਨਾ, ਹੁਣ ਇੱਥੇ ਅਮਰੀਕਾ 'ਚ ਤੁਸੀਂ ਦੇਖੋ ਵੀ 3 ਲੱਖ ਦਾ ਟਰੱਕ ਹੋ ਗਿਆ, ਤੇ ਹੁਣ 3 ਲੱਖ ਦਾ ਇੰਡੀਆ ਦਾ 1-2 ਕਰੋੜ ਬਣ ਜਾਂਦਾ। ਤੇ ਅਗਲਾ ਕਹਿੰਦਾ ਯਾਰ ਜਿਹਦੇ ਕੋਲ ਇੰਨਾ ਮਹਿੰਗਾ ਟਰੱਕ ਆ, ਇੰਨਾ ਮਹਿੰਗਾ ਟ੍ਰੇਲਰ ਆ, ਤੇ ਉਹਦੇ ਕੋਲ ਪੈਸੇ ਹੋਣਗੇ ਹੀ। ਘਰ ਵੀ ਹੁੰਦਾ, ਪਹਿਲਾਂ ਟਰੱਕ ਲੈਂਦੇ ਆ, ਫਿਰ ਘਰ ਬਣਾਉਂਦੇ ਆ, ਫਿਰ ਵਧੀਆ ਕਾਰਾਂ ਰੱਖਦੇ ਆ। ਇਹ ਵੀ ਫਰਕ ਆ ਇੰਡੀਆ ਨਾਲੋਂ, ਬਹੁਤ ਫਰਕ ਹੈ। ਇੰਡੀਆ ਤਨਖਾਹਾਂ ਤਨਖਾਹਾਂ ਦਾ ਵੀ ਫਰਕ ਹੈ। ਬਿਲਕੁਲ ਇੰਡੀਆ ਦੇ ਵਿੱਚ ਤਾਂ ਸਿਸਟਮ ਦੀ ਤੁਸੀਂ ਗੱਲ ਕੀਤੀ ਹੈ, ਤੇ ਉਹ ਕਹਿੰਦੇ ਕਿਸੇ ਪੁਲਿਸ ਵਾਲੇ ਨੇ ਰੋਕਿਆ ਟਰੱਕ ਵਾਲੇ ਨੂੰ, ਤੇ ਉਹਨੂੰ ਕਹਿੰਦਾ ਤੂੰ ਸੀਟ ਬੈਲਟ ਨਹੀਂ ਲਾਈ ਇੰਡੀਆ 'ਚ। ਉਹ ਕਹਿੰਦਾ ਇਹ ਤਾਂ ਇੰਜਨ ਦੀ ਬੈਲਟ ਤੋਂ ਬਿਨਾਂ ਚਲਾ ਲਈਦਾ ਟਰੱਕ, ਤੂੰ ਸੀਟ ਬੈਲਟ ਭਾਲਦਾ। ਤਾਂ ਉਹਦਾ ਫਰਕ ਬਹੁਤ ਹੈ। ਹਾਂਜੀ, ਤੇ ਇੱਕ ਬ੍ਰੇਕ ਲੈ ਲਈਏ ਜੀ ਹੋਰ, ਫਿਰ ਬ੍ਰੇਕ ਤੋਂ ਬਾਅਦ ਫਿਰ ਅਸੀਂ ਗੱਲਾਂ ਬਾਤਾਂ ਇਸ ਤਰ੍ਹਾਂ ਜਾਰੀ ਰੱਖਾਂਗੇ। ਤੇ ਜਿਹੜੇ ਇੰਟਰਸਟ ਰੱਖਦੇ ਨੇ, ਜਿਹੜੇ ਸ਼ੌਕ ਕਹਿ ਲਓ, ਚਾਹੇ ਜਿਹਨਾਂ ਦਾ ਕੰਮਕਾਰ ਟਰੱਕਾਂ ਨਾਲ ਰਿਲੇਟਡ ਹੈਗਾ, ਮਕੈਨਿਕੀ ਦਾ, ਉਹਦੇ ਬਾਰੇ ਕੋਈ ਵੀ ਟਰੱਕ ਨਾਲ ਸੰਬੰਧਿਤ ਬੰਦਾ ਹੈਗਾ, ਉਹਦੇ ਵਾਸਤੇ ਬਹੁਤ ਜਾਣਕਾਰੀ ਵਾਲਾ ਅੱਜ ਦਾ ਪ੍ਰੋਗਰਾਮ ਜਿਹੜਾ ਤੁਹਾਡੇ ਰੂਬਰੂ ਕਰ ਰਹੇ ਹਾਂ। ਫਿਲਹਾਲ ਬ੍ਰੇਕ ਲੈਣੇ, ਦੇਖਦੇ ਰਹੋ ਜਸ ਪੰਜਾਬੀ। ਹਾਜ਼ਰ ਆ ਜੀ ਫੋਰਟ ਵਰਥ ਦੇ ਵਿੱਚੋਂ, ਤੇ ਜੈਕ ਭਾਜੀ, ਤੇ ਹੁਣ ਅਸੀਂ ਨਾ ਦਫ਼ਤਰ ਦੇ ਵਿੱਚ ਆ ਗਏ ਹਾਂ। ਤੇ ਕੁਰਸੀਆਂ ਤੁਸੀਂ ਦੇਖ ਲਈਆਂ, ਕੁਰਸੀਆਂ ਦੀ ਕਮੀ ਨਹੀਂ ਹੈਗੀ, ਵੈਸੇ ਸਮਾਂ ਹੀ ਥੋੜ੍ਹਾ ਸਮੇਂ ਦੀ ਕਮੀ ਆ। ਇੱਕ ਬਹੁਤ ਅਹਿਮ ਚੀਜ਼ ਹੈਗੀ ਹੈ ਜੀ ਟਰੱਕਾਂ ਦੇ ਵਿੱਚ, ਜਿਹੜੀ ਸਾਡੀ ਡਿਸਕਸ ਕਰਨੀ ਚਾਹੁੰਦੇ, ਸਾਡੇ ਦਰਸ਼ਕਾਂ ਨੂੰ ਅਵੇਅਰ ਵੀ ਕਰਨਾ ਚਾਹੁੰਦੇ ਹਾਂ। ਟਰੱਕਾਂ 'ਚ ਲਾ ਲਓ, ਕਿਤੇ ਲਾ ਲਓ, ਇੱਕ ਚੋਰੀ ਜਿਹੜੀ ਟਰੱਕਾਂ ਦੇ ਵਿੱਚੋਂ ਪਾਰਟ ਚੋਰੀ ਹੋਣੇ ਨੇ, ਉਹ ਕਿਹੜੇ ਪਾਰਟ ਹੁੰਦੇ ਜਿਹੜੇ ਚੋਰੀ ਕਰਦੇ ਨੇ, ਤੇ ਉਹਦਾ ਕੀ ਨੁਕਸਾਨ ਆ, ਤੇ ਕਿਵੇਂ ਬਚਿਆ ਜਾ ਸਕਦਾ? ਭਾਜੀ ਇਸ ਟਾਈਮ ਤਾਂ ਜਿਹੜਾ ਟਰੱਕਾਂ ਦੇ ਵਿੱਚੋਂ ਜਿਹੜੇ CPC ਆ, ਮੇਨਲੀ ਪ੍ਰੋਬਲਮ ਬਹੁਤ ਜ਼ਿਆਦਾ ਚੋਰੀ ਦੀ ਉਹਨਾਂ ਦੀ ਆ ਰਹੀ ਆ। CPC ਦੀ ਉਹਨੂੰ ਬਚਾਉਣ ਦਾ ਇੱਕੋ ਹੈ ਕਿ ਵੀ ਉਹਨੂੰ ਆਪਾਂ ਟਰੱਕ 'ਚੋਂ ਨਹੀਂ ਬਚਾ ਸਕਦੇ, ਕਿਉਂਕਿ ਉਹ 4 ਨਟ ਲੱਗੇ ਆ, ਖੋਲ੍ਹ ਕੇ ਜਦੋਂ ਮਰਜ਼ੀ ਆਪਾਂ ਕੱਢ ਸਕਦੇ ਹਾਂ। ਉਹਦੇ ਨਾਲ ਇਹ ਬਚਾਉਣ ਦੇ ਵਿੱਚ ਮੈਂ ਇਹ ਕਹਿ ਸਕਦਾ ਕਿ ਵੀ ਅੱਜ ਕੱਲ੍ਹ ਨਵੀਂ ਟੈਕਨੋਲੋਜੀ ਆ ਗਈ, ਉਹ ਸੈਂਟਰ ਲੌਕਿੰਗ ਕਰ ਦਿੰਦੇ ਆ ਟਰੱਕ ਨੂੰ ਲੋਕ। ਉਹਦੇ ਨਾਲ ਇਹ ਆ ਕਿ ਵੀ ਜੋ ਤੁਹਾਡੇ ਟਰੱਕ ਨੂੰ ਕੋਈ ਟੱਚ ਕਰੂਗਾ ਨਾ, ਤੁਹਾਡੇ ਫੋਨ 'ਤੇ ਅਲਾਰਮ ਆ ਜਾਣਾ। ਉਹ ਈਜ਼ੀ ਵੇ ਆ ਕਿ ਵੀ ਜਿਹੜੀ ਆਪਾਂ CPC ਦੀ ਚੋਰੀ ਨੂੰ ਰੋਕ ਸਕਦੇ ਹਾਂ। ਕਿ ਵੀ ਮੇਨ ਜਿਹੜਾ CPC ਆ ਉਹ ਹਰਟ ਆ, ਉਹਦਾ ਜਿਹੜਾ ਨਾਰਮਲ ਪ੍ਰਾਈਸ ਆ ਰੈਗੂਲਰ ਉਹ $750 ਆ, ਪਰ ਇਸ ਟਾਈਮ ਉਹ ਕੋਈ 6000 ਦਾ ਵੇਚ ਰਿਹਾ, ਕੋਈ 7000 ਦਾ ਵੇਚ ਰਿਹਾ ਜੀ, ਕਿਉਂਕਿ ਉਹ ਹਰਟ ਆ, ਉਹ ਟਰੱਕ ਨੂੰ ਕੰਟਰੋਲ ਕਰਦਾ। ਹਾਂ, ਤੇ ਉਹ ਮਤਲਬ ਗਾਂ ਵੇਚ ਦਿੰਦੇ ਚੋਰੀ ਕਰਕੇ। ਤੇ ਉਹ ਜਿਹੜਾ ਕਿੰਨਾ ਕੁ ਟਾਈਮ ਇਹਨੂੰ ਖੋਲ੍ਹਣ ਨੂੰ ਟਾਈਮ ਘੱਟ ਹੀ ਲੱਗਦਾ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਉਹ ਜਿਹੜੀ ਲੌਕਿੰਗ ਹੋ ਜਾਂਦੀ ਆ, ਲੌਕਿੰਗ ਕਰਕੇ ਤੁਹਾਡੇ ਫੋਨ ਤੇ ਆ ਜਾਂਦਾ ਹੈ, ਤੇ ਉਹ ਕਿੰਨਾ ਕੁ ਟਾਈਮ ਲੱਗਦਾ, ਤਦ ਤੱਕ ਬੰਦਾ ਪਹੁੰਚ ਸਕਦਾ, ਜਾਂ ਕੋਈ ਉੱਤੇ ਕੋਈ ਗੱਲ ਹੋ ਸਕਦੀ ਹੈ, ਬਚਾਇਆ ਜਾ ਸਕਦਾ? 10 ਮਿੰਟਾਂ ਦਾ 5 ਮਿੰਟਾਂ ਦਾ ਕੰਮ ਹੈ ਜੀ। ਜਿੱਥੇ ਉਹ ਆਪਣਾ ਸਟੀਰੀਓ ਹੁੰਦਾ ਨਾ, ਉਹਨੂੰ 4 ਨਟ ਆਲੇ ਦੁਆਲੇ ਖੋਲ੍ਹ ਕੇ ਤੋਂ 2 ਮਿੰਟ 'ਚ ਕੱਢ ਲੈਂਦੇ ਆ। ਸੋ ਕਾਲੇ ਜ਼ਿਆਦਾ ਇਦਾਂ ਦੀ ਚੋਰੀ ਕਰਦੇ ਆ। ਸੋ ਆਪਣੇ ਭਰਾਵਾਂ ਨੂੰ ਇਦਾਂ ਹੁੰਦਾ ਵੀ ਪਤਾ ਹੀ ਨਹੀਂ ਹੁੰਦਾ ਵੀ ਇਹ ਚੀਜ਼ ਚੋਰੀ ਹੋ ਗਈ, ਤੇ ਮਗਰੋਂ ਉਹ ਟਰੱਕ ਸਟਾਰਟ ਹੀ ਨਹੀਂ ਹੁੰਦਾ। ਸੋ ਬ੍ਰੇਨ ਹੁੰਦਾ ਟਰੱਕ ਦਾ। ਇੱਕ ਬੜਾ ਪਿੱਛੇ ਜੇ ਰੌਲਾ ਪਿਆ ਸੀ ਫ੍ਰੈਜ਼ਨੋ ਦੇ ਵਿੱਚ ਵੀ, ਉਹ ਕਾਰਾਂ ਦੇ ਹੋਂਡਾ ਗੱਡੀਆਂ ਦੇ ਉਹ ਕਨਵਰਟਰ ਜੇ, ਹਾਂਜੀ ਕੈਡਲਿਕ ਕਨਵਰਟਰ, ਹਾਂਜੀ ਕੈਡਲਿਕ ਕਨਵਰਟਰ, ਹਾਂਜੀ ਉਹ ਵੀ ਜਿੱਦਾਂ ਕਹਿ ਲਓ ਕਿ ਵੀ ਟਰੱਕ ਦਾ CPC ਹੈ ਜੀ, ਉਹ ਵੀ ਕੈਡਲਿਕ ਕਨਵਰਟਰ ਹਰਟ ਹੈ ਜੀ ਗੱਡੀ ਦਾ, ਕਿ ਵੀ ਉਦੋਂ ਬਿਨਾਂ ਗੱਡੀ ਦੀ ਨਾ ਤਾਂ ਆਵਾਜ਼ ਨਿਕਲਣੀ ਤੇ ਨਾ ਇੰਜਨ ਸਟਾਰਟ ਹੋਣਾ ਜੀ। ਕਿ ਵੀ ਜਿਹੜੀ ਆਪਾਂ ਗੱਲ ਹੁਣ ਤੁਸੀਂ ਹੁਣੇ ਕੀਤੀ ਹੈ ਜੀ, ਕਿ ਵੀ ਆਪਾਂ ਕਿੱਦਾਂ ਬਚਾ ਸਕਦੇ ਹਾਂ, ਕਿ ਵੀ ਜਿਹੜੀ ਸੈਂਟਰਲ ਲੌਕਿੰਗ ਸਿਸਟਮ ਹੈ ਨਾ ਜੀ, ਉਹ ਕਨੈਕਟਡ ਵੀ ਹੋ ਜਾਂਦੀ ਆ ਪੁਲਿਸ ਡਿਪਾਰਟਮੈਂਟ ਦੇ ਨਾਲ। ਕਿ ਵੀ ਜੇ ਤੁਹਾਡੇ ਟਰੱਕ ਨੂੰ ਕੋਈ ਟੱਚ ਕਰਦਾ ਆਣ ਕੇ ਨਹੀਂ, ਤੁਹਾਨੂੰ ਤਾਂ ਅਲਾਰਮ ਆਉਣਾ ਹੀ ਆ, 911 ਤੇ ਪਹਿਲਾਂ ਚਲੇ ਜਾਣਾ। ਕਿ ਵੀ ਉਹੀ
ਵੀ ਇੱਕ ਜਿਹੜੀ ਮੇਨ ਚੀਜ਼ ਆ ਕਿ ਵੀ ਆਪਾਂ ਬਚਾ ਸਕਦੇ ਇਹ ਹਾਂ। ਜਿਹੜੀ ਸੈਂਟਰ ਡੈਸ਼ ਕੈਮ ਵੀ ਲਵਾਏ ਜਾ ਸਕਦੇ ਆ। ਜਿਹੜੇ ਕਈ ਗੋਰਿਆਂ ਦੇ ਮੈਂ ਦੇਖੇ ਉਹਨਾਂ ਨੇ ਮੇਅਰ ਜਿਹੜੇ ਸ਼ੀਸ਼ੇ ਹੁੰਦੇ ਨਾ ਉਹਨਾਂ ਤੇ ਵੀ ਕੈਮਰੇ ਲਾਏ ਤੇ ਮੂਹਰੇ ਫਰੰਟ ਸ਼ੀਸ਼ੇ ਤੇ ਵੀ ਕੈਮਰਾ ਲਾਇਆ। ਤੇ ਉਹਦੀ ਤੁਸੀਂ ਇੱਕ ਹਾਟ ਸਪਾਟ ਲੈ ਲਓ ਕੋਈ ਵੀ, ਉਹਦੇ ਤੋਂ ਤੁਸੀਂ ਆਪਦਾ ਪ੍ਰੋਗਰਾਮ ਦੇਖ ਸਕਦੇ ਆ ਲਾਈਵ ਵੀ ਕਿ ਮੇਰੇ ਟਰੱਕ ਠੀਕ ਠਾਕ ਆ। ਹਾਂਜੀ, ਬੰਦੇ ਦੀ ਵੀ ਪਛਾਣ ਹੋ ਸਕਦੀ ਹਾਂਜੀ ਹੋ ਸਕਦੀ ਆ ਜੀ। ਤੇ ਜਿਵੇਂ ਇਹਨਾਂ ਨੇ ਸੈਂਟਰਲ ਲੌਕਿੰਗ ਦੀ ਗੱਲ ਕੀਤੀ ਆ, ਤੇ ਸੈਂਟਰਲ ਲੌਕਿੰਗ ਕਿਸੇ ਵੀ ਟਰੱਕ ਦੇ ਹੋ ਸਕਦੀ ਆ ਜਾਂ ਕੋਈ ਖਾਸ ਮਾਡਲ ਹੈ ਉਹਨਾਂ ਦੀ ਹੋ ਸਕਦੀ ਹੈ? ਨਹੀਂ ਉਹ ਅਲਾਰਮ ਸਿਸਟਮ ਹੀ ਆ। ਅੱਛਾ, ਉਹ ਤਾਂ ਜਿਵੇਂ ਉਹ ਜਿੱਦਾਂ ਆਪਾਂ ਕਾਰਾਂ 'ਚ ਅਲਾਰਮ ਲਵਾਈਦਾ ਆ, ਜਿਹੜੇ ਮਰਜ਼ੀ ਟਰੱਕ ਤੇ ਜਿਹੜੇ ਮਰਜ਼ੀ ਟਰੱਕ 'ਚ ਲਵਾ ਸਕਦੇ ਤੁਸੀਂ ਜੀ। ਮਤਲਬ ਉਹਦਾ ਬੈਟਰੀ ਪੈਕਅਪ ਜਿਹੜਾ ਪੈਕ ਹੋਣਾ ਚਾਹੀਦਾ ਉਹ ਅੰਦਰ ਹੋਵੇ ਤੁਹਾਡੇ ਬੈੱਡ ਦੇ ਥੱਲੇ। ਇਦਾਂ ਨਾ ਹੋਵੇ ਤੁਹਾਡੀ ਮੇਨ ਬੈਟਰੀ ਨਾਲ ਕਨੈਕਟਡ ਹੋਵੇ, ਕਿਉਂਕਿ ਬੈਟਰੀ ਤਾਂ ਬਾਹਰੋਂ ਅਗਲਾ ਖੋਲ ਕੇ ਜਦੋਂ ਮਰਜ਼ੀ ਡਿਸਕਨੈਕਟ ਕਰ ਸਕਦਾ। ਤੇ ਅੱਜ ਕੱਲ ਹੁਣ GPS ਸਿਸਟਮ ਵੀ ਆਉਂਦੇ ਆ, ਉਹ ਇਦਾਂ ਦੀ ਚੀਜ਼ ਆ ਉਹਨੂੰ ਅੰਦਰ ਲੁਕੋ ਕੇ ਲਾ ਦਿੰਦੇ ਆ ਵੀ ਪਤਾ ਹੀ ਨਹੀਂ ਲੱਗਦਾ ਬੰਦੇ ਨੂੰ। ਸੋ ਤੁਸੀਂ ਉੱਥੇ ਵੀ ਟਰੈਕ ਕਰ ਸਕਦੇ ਆ ਟਰੱਕ ਨੂੰ। ਇਹ ਸਾਰਾ ਕੁਝ ਬੜਾ ਵਧੀਆ। ਤੇ ਹੋਰ ਜੈਕ ਭਾਜੀ ਟਰੱਕਿੰਗ ਬਿਜ਼ਨਸ ਨਾਲ ਸੰਬੰਧਿਤ ਬਹੁਤ ਸਾਰੇ ਲੋਕ ਦਿਖਦੇ ਹੋਣਗੇ, ਡਰਾਈਵਰ ਵੀ ਹੋਣਗੇ, ਕੰਪਨੀਆਂ ਦੇ ਮਾਲਕ ਵੀ ਹੋਣਗੇ, ਡਿਸਪੈਚਰ ਵੀ ਹੋਣਗੇ, ਬ੍ਰੋਕਰ ਵੀ ਹੋਣਗੇ। ਤੇ ਕੀ ਸਮੱਸਿਆਵਾਂ ਆਉਂਦੀਆਂ ਨੇ ਤੁਹਾਡੇ ਕੋਲ ਆ ਕੇ? ਡਰਾਈਵਰ ਗੱਲ ਕਰਦੇ ਹੋਣਗੇ ਯਾਰ ਵੀ ਆਹ ਪ੍ਰੋਬਲਮ ਆ ਜਾਂ ਕੋਈ ਨਹੀਂ ਆਉਂਦੀ, ਰੂਟੀਨ ਰਹਿੰਦੀ ਹੈ? ਜ਼ਿਆਦਾ ਪ੍ਰੋਬਲਮ ਡੈਫ ਦੀ ਆ ਰਹੀ ਹੈ ਜੀ ਟਰੱਕਾਂ ਨੂੰ। ਕੋਈ ਨਵਾਂ ਟਰੱਕ ਹੈ ਚਾਹੇ ਕੋਈ ਪੁਰਾਣਾ ਹੈ, ਡੈਫ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਆ। ਕਿਉਂਕਿ ਪਹਿਲਾਂ ਤਾਂ ਅੱਗੇ ਆਪਾਂ ਕਹਿੰਦੇ ਹੁੰਦੇ ਸੀ ਕਿ ਵੀ ਲੋਕ ਡਿਲੀਟ ਕਰ ਲੈਂਦੇ ਸੀ, ਫਿਰ ਹੁਣ ਉਹ ਕੈਲੀਫੋਰਨੀਆ ਨੇ ਲਾਅ ਚਾਲੂ ਕਰ ਦਿੱਤਾ ਕਿ ਵੀ ਡਿਲੀਟ ਵੀ ਨਹੀਂ ਕਰ ਸਕਦੇ, ਨਹੀਂ ਕਿ ਵੀ ਉਹਦੇ ਕਰਕੇ ਕਿ ਵੀ ਡੈਫ ਦੀ ਜ਼ਿਆਦਾ ਮੇਨ ਪ੍ਰੋਬਲਮ ਆ ਜੀ। ਹਾਂਜੀ। ਚਲੋ ਜੀ। ਤੇ ਹੋਰ ਜਿਹੜੀਆਂ ਬਾਹਰਲੇ ਮੁਲਕਾਂ ਦੇ ਵਿੱਚ ਕਾਫੀ ਜ਼ਿਆਦਾ ਮੇਰੇ ਖਿਆਲ ਹੈਗੀ ਆ, ਮੈਟਰੋ ਸਿਟੀਜ਼ ਦੇ ਵਿੱਚ ਤਾਂ ਇਹ ਕਾਫੀ ਪ੍ਰੋਬਲਮ ਹੈਗੀ ਆ, ਕਾਰ ਦੇ ਵਿੱਚ ਸਮਾਨ ਭਾਵੇਂ ਤੁਹਾਡੇ ਟਰੰਕ ਦੇ ਵਿੱਚ ਪਿਆ ਤੇ ਉਹ ਪਤਾ ਨਹੀਂ ਕੋਈ ਸਿਸਟਮ ਜਿਹਾ ਹੈਗਾ, ਕਹਿੰਦੇ ਉਹ ਲਾ ਕੇ ਦੇਖ ਲੈਂਦੇ ਆ ਬਾਹਰੋਂ। ਡਿਵਾਈਸ ਹੀ ਆਉਂਦਾ ਉਹਨਾਂ ਤੋਂ, ਉਹਦੇ ਤੋਂ ਜਿਹੜੀ ਤੁਹਾਡੀ ਚਾਬੀ ਹੁੰਦੀ ਹੈ ਨਾ ਖੋਲਣ ਵਾਲੀ ਕਾਰ ਦੀ, ਉਹ 2 ਮਿੰਟ 'ਚ ਉਹਨੂੰ ਪ੍ਰੋਗਰਾਮ ਕਰ ਲੈਂਦੇ ਆ ਉਹ। ਅੱਛਾ। ਸੋ ਕਾਲਿਆਂ ਦੇ ਕੋਲ ਕਾਫੀ ਆ, ਹੋਰ ਵੀ ਕਈ ਲੋਕ ਆ ਜਿਨ੍ਹਾਂ ਦੇ ਕੋਲ ਉਹ ਖਰੀਦ ਲੈਂਦੇ ਆ ਤੇ ਉਹ ਤੁਹਾਡੀ ਕਾਰ ਨੂੰ 5 ਮਿੰਟਾਂ ਦਾ ਕੰਮ ਆ, ਖੋਲ ਕੇ ਤੇ ਤੁਹਾਡੇ ਸਮਾਨ ਕੱਢ ਲੈਂਦੇ ਵਿੱਚੋਂ। ਹਾਂ, ਇਹ ਸਾਡੇ ਸਨ ਫਰਾਂਸਿਸਕੋ ਵਾਲੇ ਪਾਸੇ ਉਧਰ ਕਾਫੀ ਆ ਤੇ ਸ਼ੀਸ਼ਾ ਤੋੜਨ ਵਾਲਾ ਜਾਂ ਵਿੱਚੋਂ ਗੱਡੀ 'ਚੋਂ ਸਮਾਨ ਕੱਢਣ ਵਾਲਾ। ਫਿਰ ਇਹਦੇ ਤੋਂ ਬਚਾਅ ਤਾਂ ਫਿਰ ਇਹੀ ਆ ਜੀ ਵੀ ਧਿਆਨ ਆਪਣਾ ਆਪ ਰੱਖਣਾ ਪੈਣਾ, ਸਮਾਨ ਸਮੂਨ ਗੱਡੀ ਦੇ ਵਿੱਚ ਨਹੀਂ ਰੱਖਣਾ ਪੈਣਾ। ਖੈਰ ਇਹ ਵੱਡੇ ਸ਼ਹਿਰਾਂ ਦੀ ਪ੍ਰੋਬਲਮ ਹੈਗੀ, ਬਾਕੀਆਂ ਦੀ ਤਾਂ ਪ੍ਰੋਬਲਮ ਏਡੀ ਦੇਖੋ ਨਹੀਂ। ਜੀ ਤੁਹਾਡਾ ਸੈੱਲ ਫੋਨ ਗੱਡੀ ਦੇ ਵਿੱਚ ਪਿਆ ਜਾਂ ਪਰਸ ਪਿਆ, ਇਹ ਚੋਰੀ ਦਾ ਪਹਿਲਾ ਕਾਰਨ ਆ। ਇਹ ਇਦਾਂ ਦੀ ਚੀਜ਼ ਨਾ ਰੱਖੋ ਜਿਹੜੀ ਦਿਸਦੀ ਹੋਵੇ ਸਾਹਮਣੇ। ਬਿਲਕੁਲ, ਅਕਸਰ ਅਸੀਂ ਰੱਖਦੇ ਹਾਂ। ਚਲੋ ਜੀ, ਕੋਈ ਨਹੀਂ, ਗੱਲਾਂ ਬਾਤਾਂ ਸਿਲਸਿਲਾ ਇਸ ਤਰ੍ਹਾਂ ਜਾਰੀ ਰਹੇਗਾ। ਫਿਲਹਾਲ ਬ੍ਰੇਕ ਲੈਣੇ, ਦੇਖਦੇ ਰਹੋ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਜੀ। ਇਹ ZK ਜਿਹਨੂੰ ਅਸੀਂ ਕਹਿੰਦੇ ਹਾਂ, ਜ਼ੋਰਾਵਰ ਸਿੰਘ ਖੇੜਾ, ਉਹਨਾਂ ਦੇ ਨਾਂ ਤੇ ਇਹ ਵਰਕਸ਼ਾਪ ਹੈਗੀ ਆ। ਤੇ ਸਾਡੇ ਨਾਲ ਜੈਗ ਤੇ ਪਰਮਿੰਦਰ ਤਾਂ ਸੀਗੇ ਹੀ। ਜੈਗ ਭਾਜੀ, ਮੈਂ ਦੇਖ ਰਿਹਾ ਤੁਹਾਡਾ ਇੱਕ ਇਹ ਵੈਸੇ ਮਕੈਨਿਕ ਤੁਹਾਡੇ ਅੰਦਰ ਵੀ ਕਾਫੀ ਹੈਗੇ ਨੇ, ਕੰਮ ਕਰ ਰਹੇ ਨੇ। ਇਹਨਾਂ ਨੂੰ ਮੈਂ ਇਸ ਕਰਕੇ ਬੁਲਾਇਆ, ਆਮ ਤੌਰ ਤੇ ਇੱਧਰਲੇ ਮੁਲਕਾਂ ਦੀ ਗੱਲ ਕਰੀਏ ਤੇ ਬੰਦੇ ਥੋੜਾ ਬਹੁਤ ਵੀ ਕੋਈ ਸੱਟ ਪੇਟ ਲੱਗ ਜਾਂਦੀ ਆ ਤੇ ਗਵਰਨਮੈਂਟ ਪੈਸੇ ਦਿੰਦੀ। ਮੈਂ ਇਹ ਦੇਖ ਰਿਹਾ ਸੀ ਵਿਲਸਨ ਜਿਹੜਾ ਹੈਗਾ, ਇਹ ਬਿਲਕੁਲ ਇੱਕ ਬਾਂਹ ਨਹੀਂ ਹੈਗੀ, ਪਰ ਇਹ ਕੰਮ ਕੀ ਕਰਦੇ ਨੇ ਤੇ ਕਿਵੇਂ ਕਰਦੇ? ਭਾਜੀ ਮੈਂ ਇਹ ਜ਼ਰੂਰ ਦੱਸਣਾ ਚਾਹੂੰਗਾ ਕਿ ਵੀ ਵਿਲਸਨ ਦੀ ਬਾਂਹ ਤਾਂ ਨਹੀਂ ਹੈਗੀ, ਪਰ ਇਹ ਸਾਰਿਆਂ ਤੋਂ ਵਧੀਆ ਮਕੈਨਿਕ ਤੇ ਕੰਮ ਸਾਰਿਆਂ ਤੋਂ ਵਧੀਆ ਕਰਦਾ, ਭਾਵੇਂ ਇੱਕ ਹੀ ਬਾਂਹ ਆ ਬੰਦੇ ਦੀ। ਬਟ ਜਿਹੜੀ ਆ ਤੁਸੀਂ ਕਹੀ ਆ ਕਿ ਵੀ ਇੰਸ਼ੋਰੈਂਸ ਦੀ ਗੱਲ ਨਹੀਂ, ਤਾਂ ਸਾਨੂੰ ਸ਼ਾਪ ਤੇ ਇੰਸ਼ੋਰੈਂਸਾਂ ਲੈਣੀਆਂ ਪੈਂਦੀਆਂ ਜੀ, ਸਾਨੂੰ ਐਡ ਕਰਾਉਣੇ ਪੈਂਦੇ ਆ ਜੀ। ਪਰ ਇਹ ਬੰਦਾ ਬਹੁਤ ਮਿਹਨਤੀ ਆ। ਸਾਨੂੰ ਮੇਰੇ ਕੋਲ ਸਿਟੀ ਆਈ ਸੀ, ਸਿਟੀ ਵਾਲੇ ਨੇ ਕਿਹਾ ਵੀ ਇਹ ਕੰਮ ਨਹੀਂ ਕਰ ਸਕਦਾ। ਮੈਂ ਕਿਹਾ ਵੀ ਕਿਉਂ ਨਹੀਂ ਕਰ ਸਕਦਾ ਵੀ, ਕਿ ਵੀ ਮੇਰੀ ਇੰਸ਼ੋਰੈਂਸ ਕਵਰ ਕਰੂਗੀ ਕਿ ਵੀ ਤੁਹਾਨੂੰ ਕੋਈ ਪ੍ਰੋਬਲਮ ਨਹੀਂ, ਕਿ ਵੀ ਕੱਲ ਨੂੰ ਜੇ ਇਹਦੇ ਕੋਈ ਸੱਟ ਪੇਟ ਵੀ ਲੱਗਦੀ ਆ ਕਿ ਵੀ ਅਸੀਂ ਟੇਕ ਕੇਅਰ ਕਰਾਂਗੇ। ਹਾਂਜੀ, ਫਿਰ ਵੀ ਹਾਂਜੀ। ਜਿਹੜੀ ਗੱਲ ਪਰਮਿੰਦਰ ਜੀ ਅਸੀਂ ਆਪਾਂ ਕਰਦੇ ਸੀ ਵੀ ਇੱਧਰ ਆਮ ਤੌਰ ਤੇ ਕਿਸੇ ਨੂੰ ਕੋਈ ਸੱਟ ਪੇਟ ਲੱਗ ਜਾਂਦੀ ਆ ਜਾਂ ਇੱਦਾਂ ਕੋਈ ਹੱਥ ਪੈਰ ਦੀ ਪ੍ਰੋਬਲਮ ਆਉਂਦੀ ਤਾਂ ਉਹਨੂੰ ਸਾਰੀ ਉਮਰ ਕਹਿੰਦੇ ਵੀ ਗਵਰਨਮੈਂਟ ਪੈਸੇ ਦਿੰਦੀ ਹੈ, ਤੇ ਅਗਲੇ ਨੂੰ ਚਾਅ ਚੜ ਜਾਂਦਾ ਵੀ ਹੁਣ ਨਾਲੇ ਚੋਰੀ ਛਿਪੇ ਕੈਸ਼ ਤੇ ਕੰਮ ਵੀ ਕਰੀ ਜਾਵਾਂਗੇ ਤੇ ਨਾਲੇ ਅਸੀਂ ਉਹ ਵੀ ਲਈ ਜਾਵਾਂਗੇ। ਤੇ ਇਹ ਬੰਦੇ ਤੇ ਡਿਪੈਂਡ ਕਰਦਾ ਕਿ ਗਵਰਨਮੈਂਟ ਜੇ ਭਾਵੇਂ ਤੁਸੀਂ ਕੰਮ ਕਰਦੇ ਵੀ ਹੋ, ਸ਼ਰੇਆਮ ਕੰਮ ਕਰਦੇ ਹੋ, ਆਪਣੀ ਸੋਸ਼ਲ ਤੇ ਕੰਮ ਕਰਦੇ ਹੋ ਜਾਂ ਵਰਕ ਪਰਮਿਟ ਤੇ ਜਾਂ ਫਿਰ ਗਵਰਨਮੈਂਟ ਕਹਿੰਦੀ ਨਹੀਂ ਕੁਛ, ਜਿਵੇਂ ਇਹਨਾਂ ਨੇ ਕਿਹਾ ਵੀ ਕੰਮ ਕਰ ਨਹੀਂ ਸਕਦੇ? ਨਹੀਂ ਦੇਖੋ ਜੀ, ਇਹ ਮੁੰਡਾ ਬਹੁਤ ਮਿਹਨਤੀ ਆ। ਇਹ ਕਹਿੰਦਾ ਵੀ ਮੈਂ ਗਵਰਨਮੈਂਟ ਦਾ ਕੋਈ ਵੈਲਫੇਅਰ ਨਹੀਂ ਲੈਣਾ, ਸੋ ਇਸ ਕਰਕੇ ਬਈ ਇਹ ਸੋਚਦਾ ਵੀ ਮੈਂ ਆਪਦਾ ਮਿਹਨਤ ਕਰੂੰਗਾ ਤੇ ਮਿਹਨਤ ਦੇ ਪੈਸੇ ਕਮਾਊਂਗਾ। ਸੋ ਬਹੁਤ ਮਿਹਨਤੀ ਆ, ਇਹ ਸਾਰੇ ਕੰਮ ਕਰ ਲੈਂਦਾ, ਟਰੱਕ ਦਾ ਇੰਜਨ ਤੋਂ ਲੈ ਕੇ ਜਿਹੜਾ ਵੀ ਮਰਜ਼ੀ ਇਹਨੂੰ ਕੰਮ ਦੱਸ ਦਿਓ। ਬਹੁਤ ਵਧੀਆ ਮਿਹਨਤੀ ਮੁੰਡਾ ਆ। ਵਿਲਸਨ, ਹਾਊ ਆਰ ਯੂ? Hello. What do you do in the mechanic? All work? Yes, No. good. Good. Everything. Good. Thank you very much. Thank you. What is your name? Good. Jimmy. Wow. ਚਲੋ ਜੀ, ਥੈਂਕ ਯੂ ਸੋ ਮਚ ਐਂਡ ਯੂ ਵਿਲ ਬੀ ਔਨ TV ਔਨ ਸੂਨ। ਅੱਛਾ ਪਰਮਿੰਦਰ ਜੀ, ਤੇ ਬਹੁਤ ਵਧੀਆ। ਚਲੋ ਇਹੋ ਜਿਹੇ ਬੰਦਿਆਂ ਨੂੰ ਦੇਖ ਕੇ ਬਹੁਤ ਮੋਟੀਵੇਸ਼ਨ ਮਿਲਦੀ ਹੈ ਲੋਕਾਂ ਨੂੰ ਹੌਸਲਾ ਮਿਲਦਾ ਵੀ ਜੇ ਇਹ ਬੰਦਾ ਇਹ ਕੰਮ ਕਰਦਾ ਤਾਂ ਚੰਗੇ ਭਲੇ ਪਰਮਾਤਮਾ ਨੇ ਬਖਸ਼ਿਆ ਹੋਇਆ ਤਾਂ ਅਸੀਂ ਕਿਉਂ ਨਹੀਂ ਕਰ ਸਕਦੇ। ਆਜੋ ਇੱਧਰ ਨੂੰ ਥੋੜ੍ਹਾ ਜਿਹਾ। ਤੇ ਅੱਛਾ, ਅਸੀਂ ਇਸ ਗੱਲ ਇੱਕ ਵਾਰੀ ਕਰੀਏ ਜਾਏਗਾ ਫਿਰ ਆਪਣੀ
ਸਪੇਅਰ ਪਾਰਟਸ ਦੀ ਜਾਂ ਪਾਰਟਸ ਦੀ ਗੱਲ ਕਰਦੇ ਹੈਗੇ ਆ, ਆਮ ਤੌਰ ਤੇ ਇਹ ਹੁੰਦਾ ਕਿ ਫੋਨ ਕਰਕੇ ਬੰਦਾ ਕਹਿ ਦਿੰਦਾ ਵੀ ਆਹ ਚੀਜ਼ ਚਾਹੀਦੀ, ਤੁਸੀਂ ਮੰਗਾ ਲੈਂਦੇ ਹੋ। ਹਾਂਜੀ ਤੇ ਜਿਹੜੇ ਤੁਹਾਡੇ ਇੱਥੇ ਹੈਗੇ ਨੇ ਪਾਰਟਸ, ਉਹਦਾ ਟੋਟਲ ਕਿੰਨੇ ਕੁ ਹੈਗੇ ਨੇ? ਮਤਲਬ ਸਿੱਧੇ ਲਫ਼ਜ਼ਾਂ 'ਚ ਪੁੱਛੀਏ ਤਾਂ ਕਿੰਨੇ % ਪਾਰਟਸ ਤੁਹਾਡੇ ਕੋਲੇ ਅਵੇਲੇਬਲ ਹੁੰਦੇ ਆ? ਆਪਣੇ ਕੋਲ 70 ਤੋਂ 75% ਪਾਰਟਸ ਅਵੇਲੇਬਲ ਹੁੰਦੇ ਆ ਜੀ ਪਰ ਟਰੱਕ, ਸਾਰੇ ਟਰੱਕਾਂ ਦੇ। ਨਹੀਂ ਵੈਸੇ ਕੋਈ ਜਿੱਦਾਂ ਕੋਈ ਕੈਲੀਫੋਰਨੀਆ ਤੋਂ ਆਉਂਦਾ, ਉਹ ਪਹਿਲਾਂ ਕਾਲ ਕਰ ਦਿੰਦਾ ਕਿ ਭਾਜੀ ਮੈਨੂੰ ਆਹ ਪਾਰਟ ਚਾਹੀਦਾ, ਤੁਸੀਂ ਆਰਡਰ ਕਰ ਦਿਓ। ਫਿਰ ਅਸੀਂ ਉਹਨੂੰ ਦੱਸ ਦਈਦਾ ਕਿ ਭਾਜੀ ਵੀ ਤੁਹਾਡਾ ਪਾਰਟ ਹੈ ਜਿਹੜਾ ਕਿ ਵੀ ਇੰਨੇ ਦਿਨਾਂ ਤੱਕ ਆਉਣਾ ਜਾਂ ਆ ਗਿਆ, ਫਿਰ ਤੁਸੀਂ ਉਸ ਹਿਸਾਬ ਨਾਲ ਆਪਣਾ ਸਕੇਜੂਲ ਬਣਾ ਲਿਓ ਕਿ ਵੀ ਫਿਕਸ ਅਸੀਂ ਕਰ ਦੇਵਾਂਗੇ। ਹਾਂਜੀ। ਅੱਛਾ, ਇੱਕ ਮੈਨੂੰ ਫਿਰ ਗੱਲ ਚੇਤੇ ਆ ਗਈ, ਮੈਂ ਵੀ ਜਦੋਂ ਮਕੈਨਿਕੀ ਕਰਦਾ ਰਿਹਾ ਤਾਂ ਮਕੈਨਿਕਾਂ ਦੀ ਇਮੇਜ ਕੋਈ ਭਾਰਤ ਦੇ ਵਿੱਚ ਬਾਹਲੀ ਵਧੀਆ ਨਹੀਂ। ਪੰਜਾਬ ਦੀ ਗੱਲ ਕਰ ਲਈਏ, ਇਹ ਹੁੰਦਾ ਵੀ ਯਾਰ ਅਸਲੀ ਪੁਰਜਾ ਕੱਢ ਕੇ ਨਕਲੀ ਪਾਤਾ। ਤੇ ਕਈ ਸਕੂਟਰ ਮੋਟਰਸਾਈਕਲ ਵਾਲੇ ਜਿਹੜੇ ਸੀਗੇ ਉਹ ਕਿਤੇ ਤੇਲ ਪੈਟਰੋਲ ਮਕੈਨਿਕ ਕੱਢ ਕੁੱਟ ਲੈਂਦੇ ਸੀਗੇ। ਤੇ ਇੱਧਰ ਤਾਂ ਮੇਰੇ ਖਿਆਲ ਇਹੋ ਜੀ ਕੋਈ ਮਤਲਬ 0% ਵੀ ਕੋਈ ਇਹੋ ਜਿਹਾ ਨਹੀਂ ਇਹ ਹੈਗਾ, ਕੋਈ ਬੰਦਾ ਹੋਏਗਾ ਜਾਂ ਕੁਝ ਬੰਦੇ ਹੋਣਗੇ ਕਰਦੇ ਕਈ ਭਾਜੀ। ਜਦੋਂ ਇੰਜਨ ਬੰਦ ਹੈ ਨਾ, ਉਹਦੇ ਵਿੱਚ ਜਿਹੜੀ ਸੈਕੰਡ ਹੈਂਡ ਹੁੰਦੇ ਆ ਜਾਂ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਜਿਹੜੇ ਆਫਟਰ ਮਾਰਕੀਟ, ਉਹ ਪਾਰਟ ਪਾ ਦਿੰਦੇ ਆ ਕਈ ਬੰਦੇ ਆਪਣੇ। ਸੋ ਇਸ ਕਰਕੇ ਆਪਣੇ ਜਾਂ ਸਾਰੇ ਕੋਈ ਵੀ ਕਈ ਹੈਗੇ ਆਪਣੇ ਬੰਦੇ ਵੀ ਇਦਾਂ ਦੇ ਹੈਗੇ ਆ ਜਿਹੜੇ ਇਦਾਂ ਦੇ ਕੰਮ ਕਰਦੇ ਆ। ਪਰ ਇਹ ਕੰਮ ਕਰਨ ਦੇ ਨਾਲ ਫਿਰ ਉਹ ਆਪਾਂ ਨੂੰ ਪਤਾ ਲੱਗ ਜਾਂਦਾ ਜਦੋਂ ਇੰਜਨ ਖਰਾਬ ਹੁੰਦਾ ਜਾਂ ਲੌਕ ਹੋ ਜਾਂਦਾ ਇੰਜਨ, ਪਤਾ ਲੱਗ ਜਾਂਦਾ ਜੀ। ਤੇ ਇਹ ਵੈਸੇ ਰੁਝਾਨ ਹੈਗਾ, ਇਹਦਾ ਮਤਲਬ ਇੱਥੇ ਹੈਗਾ ਭਾਜੀ ਵੀ ਮੇਨਲੀ ਇਦਾਂ ਹੁੰਦਾ ਨਹੀਂ ਕਿ ਵੀ ਜਦੋਂ ਆਪਾਂ ਇੰਜਨ ਓਵਰਹਾਲ ਕਰਦੇ ਆ, ਨਹੀਂ ਕਿ ਵੀ ਆਪਾਂ 1 ਸਾਲ ਦੀ ਵਾਰੰਟੀ ਦਿੰਦੇ ਆ ਕਿ ਵੀ ਜੇ ਆਪਾਂ ਵਾਰੰਟੀ ਦੇਣੀ ਆ ਤੇ ਕਸਟਮਰ ਨੇ ਪੈਸੇ ਖਰਚਣੇ ਆ ਤੇ ਉਹਨਾਂ ਇੱਕ ਵਧੀਆ ਚੀਜ਼ ਹੀ ਪਾਈ ਜਾਵੇ। ਹਾਂਜੀ, ਭਾਵੇਂ ਜਦੋਂ ਵਾਰੰਟੀ ਦੇਤੀ ਭਾਵੇਂ ਪੁਰਜਾ ਪਾਓ ਹੀ ਨਾ, ਟਰੱਕ ਚੱਲੀ ਜਾਣ। ਪੰਗਾ ਇਹ ਹੈ ਜੀ ਵੀ ਜੇ ਨਾ ਵੀ ਪੁਰਜਾ ਪਈਏ, ਨਹੀਂ ਕਿ ਵੀ ਅੱਜ ਕੱਲ ਦੇ ਲੋਕੀ ਬਹੁਤ ਸਿਆਣੇ ਹੋ ਗਏ ਆ ਜੀ ਕਿ ਵੀ ਜੇ ਆਪਾਂ ਇੱਥੋਂ ਕੰਮ ਕਰਵਾਇਆ, ਉਹਨਾਂ ਨੂੰ ਲੱਗਿਆ ਕਿ ਵੀ ਇਹ ਚੀਜ਼ ਨਹੀਂ ਵਧੀਆ, ਤੇ ਉਹ ਦੂਜੀ ਥਾਂ ਤੇ ਜਾ ਕੇ ਚੈੱਕ ਕਰਵਾ ਕੇ ਤੁਹਾਡੇ ਤੇ ਸੂਹ ਵੀ ਕਰ ਸਕਦੇ ਆ। ਡੀਲਰਾਂ ਤੋਂ ਪਤਾ ਲੱਗ ਜਾਂਦਾ ਵੀ ਇਹ ਪਾਰਟ ਪੁਰਾਣੇ ਪਏ ਆ ਜਾਂ ਨਵੇਂ ਪਏ ਆ, ਕੰਪਿਊਟਰ ਬਿਲਕੁਲ। ਪਰ ਫਿਰ ਵੀ ਮੈਂ ਸਮਝਦਾ ਜਿੰਨਾ ਮਰਜ਼ੀ ਮਾੜਾ ਮੋਟਾ ਚਲੋ ਕੋਈ ਲੋਕ ਜਿਹੜੇ ਕਰਦੇ ਹੋਣਗੇ, ਪਰ ਉਧਰ ਨਾਲੋਂ ਫਿਰ ਵੀ ਜ਼ਮੀਨ ਅਸਮਾਨ ਦਾ ਫਰਕ ਹੋਏਗਾ ਹਰ ਚੀਜ਼ 'ਚ। ਜੇ ਬਾਕੀ ਚੀਜ਼ਾਂ 'ਚ ਹੈਗਾ ਤਾਂ ਮਕੈਨਿਕੀ ਦੇ ਵਿੱਚ ਵੀ ਜ਼ਮੀਨ ਅਸਮਾਨ ਦਾ ਫਰਕ ਹੋਏਗਾ। ਅੱਛਾ, ਇੱਕ ਜਦੋਂ ਕੋਈ ਇੰਟਰਵਿਊ ਕਰੀਦੀ ਹੈ ਤਾਂ ਸਾਡੇ ਫਿਰ ਦਰਸ਼ਕ ਨਾ ਉਹਨੇ ਤਮੰਨਾ ਹੁੰਦੀ ਯਾਰ ਪਿੰਡ ਕਿਹੜਾ ਹੋਊ, ਇਹਦਾ ਬੈਕਗ੍ਰਾਉਂਡ ਕਿਹੜੀ ਹੋਊ। ਫਿਰ ਆਸਟ੍ਰੇਲੀਆ ਨਿਊਜ਼ੀਲੈਂਡ ਤੋਂ ਕਈ ਮੈਨੂੰ ਮੇਰੇ ਕੋਲ ਫੋਨ ਲੈ ਕੇ ਨੰਬਰ ਦੇ ਦਿਓ, ਦੇਖਦੇ ਨੇ ਯਾਰ ਉਹ ਮੈਨੂੰ ਉਹਨਾਂ ਨੰਬਰ ਦਿਓ, ਸਾਡੇ ਪਿੰਡ ਦਾ ਮੁੰਡਾ। ਤੇ ਜੈਕ ਭਾਜੀ ਪਹਿਲਾਂ ਤੁਸੀਂ ਦੱਸੋ ਆਪਣੀ ਬੈਕਗ੍ਰਾਉਂਡ ਵਗੈਰਾ, ਕਿੱਥੇ ਕਿਹੜੇ ਪਿੰਡ 'ਚ ਸ਼ਰਾਰਤਾਂ ਕੀਤੀਆਂ ਤੇ ਕਿੱਥੇ ਫਿਰ ਖੇਡ? ਮੈਂ ਜਲੰਧਰ ਦੇ ਲਾਗੇ ਪਿੰਡ ਪੈਂਦਾ ਜੀ ਸਾਡਾ। ਪਿੰਡ ਤਾਂ ਨਹੀਂ ਕਹਾਂ ਕਿ ਸ਼ਹਿਰ ਹੀ ਆ, ਕਰਤਾਰਪੁਰ ਹੈ ਜੀ, ਗੁਰੂ ਦੀ ਨਗਰੀ। ਹਾਂਜੀ, ਕभी ਮੈਂ ਕਰਤਾਰਪੁਰ ਤੋਂ ਖਾਸ, ਕभी ਜਲੰਧਰ ਦੇ ਨਾਲ ਹੀ ਹੈ 18 ਕਿਲੋਮੀਟਰ ਤੇ ਵੀ ਉਹ ਮੇਰਾ ਖਾਸ ਪਿੰਡ ਕਰਤਾਰਪੁਰ ਹੀ ਹੈ ਜੀ। ਹਾਂਜੀ। ਨਹੀਂ, ਜਿਵੇਂ ਹੁਣ ਤੁਸੀਂ ਏਜ 4 ਸਾਲ ਪਹਿਲਾਂ ਦੀ ਵੀ ਗੱਲ ਕਰ ਲਈਏ ਤੇ ਨਹੀਂ ਤਾਂ ਕਈ ਹੋਰ ਚੀਜ਼ਾਂ ਵੀ ਹੁੰਦੀਆਂ, ਤੇ ਮਕੈਨਿਕੀ ਵਾਲੇ ਪਾਸੇ ਖਾਸ ਕਾਰਨ ਕੀ ਆਉਣ ਦਾ? ਖਾਸ ਕਾਰਨ ਇਹ ਹੈ ਜੀ ਕਿ ਵੀ ਜਦੋਂ ਮੈਂ ਕੈਲੀਫੋਰਨੀਆ ਤੋਂ ਮੂਵ ਹੋਇਆ ਸੀ ਤਾਂ ਮੈਂ ਇੱਥੇ ਆਇਆ ਸੀ, ਤਾਂ ਮੈਂ ਆਪਣੀ ਵਾਈਫ ਦੇ ਪਰਿਵਾਰ ਨਾਲ ਆਇਆ ਸੀ ਤੇ ਉਹ ਮਕੈਨਿਕੀ ਲਾਈਨ ਦੇ ਵਿੱਚ ਸੀ, ਤੇ ਉਹਨਾਂ ਨੇ ਹੀ ਮੈਨੂੰ ਕਿਹਾ ਕਿ ਵੀ ਤੂੰ ਇਸੇ ਲਾਈਨ ਦੇ ਵਿੱਚ ਆ, ਤੇ ਮੈਂ ਫਿਰ ਇਸੇ ਲਾਈਨ ਦੇ ਵਿੱਚ ਸਟਾਰਟਿੰਗ। ਹੁਣ ਫਿਰ ਵਧੀਆ ਲੱਗਦਾ ਕਿ ਕਈ ਵਾਰੀ ਮਹਿਸੂਸ ਹੁੰਦਾ, ਥੋੜੇ ਇੱਧਰ ਨੂੰ ਆ ਜਾਓ, ਵਧੀਆ ਲੱਗਦਾ ਕਿ ਕਈ ਵਾਰੀ ਮਹਿਸੂਸ ਹੁੰਦਾ ਵੀ ਨਹੀਂ ਯਾਰ ਕੰਮ ਔਖਾ ਜਾਂ ਕੋਈ ਹੋਰ ਕਰ ਲੈਂਦੇ? ਨਹੀਂ, ਵਧੀਆ ਲੱਗਦਾ ਜੀ ਕਿ ਵੀ ਇੱਕ ਤਾਂ ਇਹ ਹੋ ਜਾਂਦਾ ਕਿ ਵੀ ਫੈਮਿਲੀ ਟਾਈਮ ਆਪਾਂ ਨੂੰ ਪੂਰਾ ਦੇਣ ਨੂੰ ਮਿਲ ਜਾਂਦਾ ਕਿ ਵੀ ਆਪਾਂ ਸਵੇਰ ਨੂੰ ਕੰਮ ਤੇ ਆਉਂਦੇ ਆ, ਸ਼ਾਮ ਨੂੰ ਘਰੇ ਚਲੀ ਜਾਈਦਾ। ਇਹ ਬਹੁਤ ਵੱਡੀ ਗੱਲ ਹੈ ਜੀ, ਵੱਡਾ ਬੈਨੀਫਿਟ ਹੈ ਸਾਨੂੰ ਨਾ। ਪਰ ਫਿਰ ਵੀ ਆਪਾਂ ਇਹ ਲਾਈਨ ਦੇ ਵਿੱਚ ਆਏ ਤੇ ਹੁਣ ਉਹ ਕੰਟੀਨਿਊ ਕੀਤੀ ਹੋਈ ਹੈ ਇਹ ਲਾਈਨ। ਨਹੀਂ, ਤੁਸੀਂ ਸਾਰੀਆਂ ਲਾਈਨਾਂ 'ਚ ਹੋ ਜੀ, ਦੋਨੋਂ ਭਰਾ। ਤੁਸੀਂ ਐਂਟਰਟੇਨਮੈਂਟ ਲਾਈਨ ਦੇ ਵਿੱਚ ਵੀ ਹੋ, ਜਦੋਂ ਕੋਈ ਕਲਾਕਾਰ ਆਉਂਦਾ, ਕੋਈ ਕਬੱਡੀਆਂ ਹੁੰਦੀਆਂ, ਕੋਈ ਨਗਰ ਕੀਰਤਨ ਹੁੰਦਾ, ਉਹਦੇ 'ਚ ਵੀ ਤੁਸੀਂ ਹਰ ਕੰਮ 'ਚ ਵੱਧ ਚੜ੍ਹ ਕੇ ਤੁਸੀਂ ਹਿੱਸਾ ਪਾਉਂਦੇ ਆ। ਤੇ ਪਰਮਿੰਦਰ ਭਾਜੀ ਮੈਨੂੰ ਤਾਂ ਪਤਾ, ਬਾਕੀ ਤੁਸੀਂ ਆਪਦੀ ਡਿਟੇਲ ਦੱਸ ਦਿਓ ਤੇ ਕਿੱਦਾਂ ਹੈਗਾ। ਤੁਸੀਂ ਇੱਥੇ ਰੇਡੀਓ ਵੀ ਹੈਗੇ ਹੋ, ਮੀਡੀਆ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਹੋ, ਤੇ ਮੀਡੀਆ ਦਾ ਵੈਸੇ ਹਰ ਸ਼ਹਿਰ ਦਾ ਆਪੋ ਆਪਣਾ ਫਰਕ ਹੁੰਦਾ, ਉਹ ਵੀ ਥੋੜ੍ਹਾ ਫਰਕ ਦੱਸ ਦਿਓ ਇੱਥੋਂ ਦਾ ਜੇ ਹੋਵੇ ਤਾਂ। ਤੇ ਪਹਿਲਾਂ ਬੈਕਗ੍ਰਾਉਂਡ ਦੇਖੋ ਜੀ, ਮੈਂ ਛੋਟਾ ਹੁੰਦਾ ਇੱਥੇ ਆਇਆ ਸੀਗਾ ਤਾਂ 11 ਸਾਲਾਂ ਦੀ ਉਮਰ ਸੀ ਜਦੋਂ ਮੈਂ ਇੱਥੇ ਆਇਆ ਸੀਗਾ। ਸਾਡਾ ਪਿੰਡ ਗਹੀਰਾ ਆ, ਨਕੋਦਰ ਤੇ ਜਲੰਧਰ ਦੇ ਰੋਡ ਦੇ ਉੱਤੇ, ਹਨਾ ਜੀ, 4 ਕਿਲੋਮੀਟਰ ਨਕੋਦਰ ਤੋਂ। ਹਾਂਜੀ, 4 ਕਿਲੋਮੀਟਰ, ਆਪਣਾ ਸੇਮ ਹੀ ਪਿੰਡ ਲਾਗੇ ਛਾਗੇ ਹੀ ਹੈ। ਸੋ ਇਸ ਕਰਕੇ ਜੀ ਜਦੋਂ ਅਸੀਂ ਆਏ ਸੀ ਉਦੋਂ ਤਾਂ ਪਤਾ ਨਹੀਂ ਸੀ, ਪਰ ਮੈਂ ਪੰਜਾਬੀ ਟ੍ਰਿਬਿਊਨ ਦੇ ਨਾਲ ਪਹਿਲਾਂ ਸਟਾਰਟ ਕੀਤਾ ਸੀ। ਇੱਥੋਂ LA ਤੋਂ ਚੱਲਦੀ ਹੁੰਦੀ ਸੀ ਪੰਜਾਬੀ ਟ੍ਰਿਬਿਊਨ। ਸੋ ਉਦੋਂ ਮੀਡੀਆ ਬਾਰੇ ਤਾਂ ਜ਼ਿਆਦਾ ਪਤਾ ਨਹੀਂ ਹੁੰਦਾ ਸੀਗਾ, ਵੀ ਥੋੜ੍ਹਾ ਵਾਲਾ ਕਰਦੇ ਰਹੇ, ਤੇ ਹੁਣ ਸਾਰੇ ਚੈਨਲਾਂ ਦੇ ਨਾਲ ਕੰਮ ਕੀਤਾ, ਪਰ ਹੁਣ ਜਸ ਪੰਜਾਬੀ ਦੇ ਨਾਲ ਕਰਦੇ ਆ ਜੀ ਬਾਬੇ ਚੇਰ ਤੋਂ। ਪਰ ਇੰਡੀਆ ਨਾਲੋਂ ਇੱਥੇ ਦਾ ਬਹੁਤ ਫਰਕ ਹੈ ਮੀਡੀਆ ਦਾ, ਕਿਉਂਕਿ ਅੱਜ ਕੱਲ੍ਹ ਇੰਡੀਆ ਦਾ ਮੀਡੀਆ ਤਾਂ ਮੈਂ ਕਹਿੰਦਾ ਹੱਦ ਹੀ ਹੋ ਗਈ। ਕੋਈ ਹੱਦ ਬੰਨਾ ਨਹੀਂ, ਕੋਈ ਲੈਂਗੁਏਜ ਬੈਰੀਅਰ ਨਹੀਂ ਹੈਗਾ, ਸਿਰਫ ਉਹ ਵਿਊ ਵਧਾਉਣ ਵਾਸਤੇ ਬਹੁਤ ਜ਼ਿਆਦਾ ਗੰਦ ਪਾਇਆ ਹੁੰਦਾ ਜੀ। ਇੱਥੇ ਦੇ ਮੀਡੀਆ ਦਾ ਇੰਨਾ ਫਰਕ ਹੈ, ਇੱਥੇ ਰਿਸਪੈਕਟ ਦੇ ਨਾਲ ਤੁਹਾਨੂੰ ਸਾਰੇ ਬੁਲਾਉਂਦੇ ਆ। ਇੰਡੀਆ ਦੇ ਵਿੱਚ ਇੱਕ ਦੂਜੇ ਤੋਂ ਉੱਪਰ ਦੀ ਚੜ੍ਹ ਕੇ ਆਉਂਦੇ ਆ, ਵੀ ਇਦਾਂ ਹੁੰਦਾ ਵੀ ਪਤਾ ਨਹੀਂ ਕੀ ਗੱਲ ਹੋ ਗਈ, ਵੀ ਇੰਨੇ ਸਾਰੇ ਬੰਦੇ ਕਿੱਥੋਂ ਇਕੱਠੇ ਹੋ ਕੇ ਆ ਗਏ। ਸੋ ਉਹਨਾਂ ਨੂੰ ਇਹ ਹੁੰਦਾ ਵੀ ਸਾਡੀ ਖਬਰ ਛੇਤੀ ਤੋਂ ਛੇਤੀ ਪਹੁੰਚ ਜਾਵੇ, ਇਹ ਉੱਥੇ ਦੌੜ ਜ਼ਿਆਦਾ ਹੁੰਦੀ ਆ। ਤੇ ਜੈਕ ਭਾਜੀ, ਤੇ ਇਹ ਫਿਰ ਨਾ ਹੈਗਾ ਕੰਮ, ਤੇ ਨਾਲ ਹੋਰ ਵੀ ਕੋਈ ਕੰਮਕਾਰ, ਇੱਕ ਤੁਸੀਂ ਲੋਕੇਸ਼ਨ ਹੋਰ ਵੀ ਦੱਸਦੇ ਸੀ ਹੈਗੀ ਤੁਹਾਡੀ,
ਤੇ ਜਾਂ ਹੋਰ ਕੋਈ ਨਾਲ ਕੰਮਕਾਰ ਹੋਰ ਕਰਨ ਬਾਰੇ ਸੋਚ ਰਹੇ ਹੋ ਤਾਂ ਸਾਡੇ ਦਰਸ਼ਕਾਂ ਨਾਲ ਕਰੋ ਸਾਂਝਾ। ਹਾਂਜੀ, ਲੋਕੇਸ਼ਨ ਆਪਣੇ ਕੋਲ ਇੱਕ ਹੋਰ ਹੈਗੀ ਹੈ ਜੀ, ਤੇ ਆਪਾਂ ਹੁਣ ਦੂਜਾ ਥੋੜੀ ਜਿਹੀ ਲਾਈਨ ਚੇਂਜ ਕਰਨ ਲੱਗੇ ਆ ਕਿ ਲਾਈਕ ਰੈਸਟੋਰੈਂਟ ਟਾਈਪ ਕभी ਕਰਾਂਗੇ, ਕभी ਚਲੋ ਕभी ਉਧਰ ਵੀ ਦੇਖ ਲਈ ਹੱਥ, ਕਿਉਂਕਿ ਮੈਂ 1.5 ਪੌਣੇ 2 ਸਾਲ ਕੁਕਿੰਗ ਵੀ ਕੀਤੀ ਹੈ ਜੋ ਮੈਂ ਸੈਕਰਾਮੈਂਟੋ ਸੀਗਾ, ਤੇ ਹੁਣ ਉਧਰ ਨੂੰ ਵੀ ਥੋੜਾ ਜਿਹਾ ਲੱਗਿਆ ਜੀ ਰੁਝਾਨ, ਕਿਉਂਕਿ ਹੁਣ ਵੱਡਾ ਭਾਈ ਕਹਿੰਦਾ ਕਿ ਵੀ ਆਪਾਂ ਲਾਈਨ ਚੇਂਜ ਕਰਕੇ ਦੇਖੀਏ। ਨਹੀਂ ਲਾਈਨ ਨਹੀਂ ਮੇਰੇ ਖਿਆਲ ਚੇਂਜ ਕਰ ਰਹੇ, ਲਾਈਨ ਨਾਲ ਇੱਕ ਹੋਰ ਬਾਹਰ ਹੈ ਕੰਮ ਇਹ ਵੀ ਇੱਕ ਨਾਲ ਹਾਂਜੀ ਹਾਂਜੀ ਲਾਈਨ ਹੋਰ ਬਾਹਰ ਬਸ ਹੋਰ ਥੋੜਾ ਚਿਰ ਹੀ 2 ਵੀਕਾਂ ਤੱਕ ਸਾਰੇ ਦਰਸ਼ਕਾਂ ਨੂੰ ਪਤਾ ਲੱਗ ਜਾਣਾ ਕਿ ਵੀ ਕਿਹੜੀ ਲਾਈਨ ਆ ਰਹੀ, ਨਾਲ ਹੋਰ ਕਿ ਵੀ ਐਡ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਵੀ ਜੇ ਆਪਾਂ ਕੋਈ ਆਪਣੇ ਟਰੱਕ ਵੀਰਾਂ ਨੂੰ ਕੋਈ ਵਧੀਆ ਚੀਜ਼ ਦੇ ਸਕੀਏ, ਵੀ ਕੋਸ਼ਿਸ਼ ਹੈ, ਬਾਕੀ ਰੱਬ ਨੂੰ ਪਤਾ ਹੀ ਕੀ ਹੋਣਾ ਹੈ ਜੀ। ਦੇਖੋ ਇੱਕ ਪਰਮਿੰਦਰ ਭਾਜੀ ਮੈਂ ਜ਼ਰੂਰ ਆਪਣੇ ਪ੍ਰੋਗਰਾਮ 'ਚ ਚਾਹੇ ਸਟੂਡੀਓ ਤੋਂ ਕਰਾਂ ਚਾਹੇ ਬਾਹਰ ਕਰਾਂ, ਇੱਕ ਕਹਿੰਦੇ ਹੁੰਦੇ ਵੀ ਚੌਂਕੀਦਾਰ ਦਾ ਕੰਮ ਆ ਹੋਕਾ ਦੇਣਾ, ਤੇ ਬਾਕੀ ਕੋਈ ਜਾਗੇ ਨਾ ਜਾਗੇ ਉਹਦੀ ਮਰਜ਼ੀ ਹੁੰਦੀ ਆ। ਜਿਵੇਂ ਅਸੀਂ ਗੱਲ ਕਰ ਲਈਦੀ ਆ ਕਿ ਲੰਗਰ 'ਚ ਅਸੀਂ ਬੈਠਦੇ ਆ, ਲੰਗਰ ਵਰਤਾਉਣ ਵਾਲਾ ਹਰ ਇੱਕ ਨੂੰ ਪੁੱਛਦਾ ਪ੍ਰਸ਼ਾਦਾ ਜੀ ਪ੍ਰਸ਼ਾਦਾ, ਜਿਹਨੂੰ ਲੋੜ ਹੁੰਦੀ ਉਹ ਲੈ ਲੈਂਦਾ, ਜਿਹਨੂੰ ਨਹੀਂ ਹੁੰਦੀ ਉਹ ਨਹੀਂ ਲੈਂਦਾ। ਅਸੀਂ ਜਿਹੜਾ ਹੋਕਾ ਦਿੰਨਾ, ਅਸੀਂ ਜਿਹੜਾ ਲੋਕਾਂ ਨੂੰ ਬੇਨਤੀ ਕਰਨੀ ਚਾਹੁੰਦੇ ਪੰਜਾਬੀ ਬਾਰੇ, ਕਿਉਂਕਿ ਪੰਜਾਬੀ ਤਾਂ ਹੁਣ ਨਜ਼ਰ ਆਉਂਦੇ ਨੇ, ਪੰਜਾਬੀ ਘਟ ਗਈ ਆ। ਹਾਂਜੀ, ਪੰਜਾਬੀ ਘਰਾਂ 'ਚ ਪੰਜਾਬੀ ਜਾਣੀ ਕਿ ਜਿਹੜੇ ਨਵੇਂ ਆਉਂਦੇ ਨੇ ਉਹ ਤਾਂ ਜਮਾ ਹੀ ਕਹਿੰਦੇ ਪੰਜਾਬੀ ਪੰਦੀ ਹੈ ਕੀ ਚੀਜ਼ ਹੈ, ਇਹ ਕਿਉਂ ਬੋਲਣੀ ਆਪਾਂ। ਇਹ ਜ਼ਰੂਰ ਆਪਾਂ ਵੀ ਹੋਕਾ ਦੇ ਦਈਏ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਕਿ ਪੰਜਾਬੀ ਨਾਲ ਕਿਵੇਂ ਜੁੜੇ ਰਹਿ ਸਕਦੇ। ਦੇਖੋ ਜੀ, ਜਦੋਂ ਮੈਂ ਪੰਜਾਬੀ ਟ੍ਰਿਬਿਊਨ 'ਚ ਕੰਮ ਕਰਦਾ ਹੁੰਦਾ ਸੀ ਤਾਂ ਮੈਨੂੰ ਡਾਕਟਰ ਮੁਲਤਾਨੀ ਕਹਿੰਦੇ ਹੁੰਦੇ ਸੀ ਵੀ ਜਦੋਂ ਆਪਾਂ ਨਿਊਜ਼ਪੇਪਰ ਰੱਖਦੇ ਆ, ਕਈ ਲੋਕ ਲੁਕੋ ਕੇ ਨਿਊਜ਼ਪੇਪਰ ਨੂੰ ਰੱਖਦੇ ਆ ਵੀ ਪੰਜਾਬੀ ਲੋਕ ਕਿਸੇ ਨੇ ਦੇਖ ਲਿਆ ਤੇ ਨਾ ਕਹਿਣਾ ਵੀ ਅਨਪੜ੍ਹ ਬੰਦਾ ਆ, ਵੀ ਖਰੇ ਪੰਜਾਬੀ ਦੀ ਅਖਬਾਰ ਪੜ੍ਹਦਾ। ਸੋ ਪਰ ਆਪਾਂ ਨੂੰ ਪਿਆਰ ਕਰਨਾ ਚਾਹੀਦਾ, ਸਾਡੀ ਪੰਜਾਬੀ ਭਾਸ਼ਾ ਸਾਡੇ ਗੁਰੂਆਂ ਦੀ ਭਾਸ਼ਾ ਦਿੱਤੀ ਹੋਈ ਆ, ਇਹਨੂੰ ਪਿਆਰ ਕਰੀਏ, ਸਾਰੇ ਬੋਲੀਏ, ਬੱਚਿਆਂ ਨੂੰ ਸਿਖਾਈਏ, ਬਹੁਤ ਵਧੀਆ ਗੱਲ ਆ। ਬਹੁਤ ਵਧੀਆ। ਤੇ ਜੈਕ ਭਾਜੀ ਤੁਸੀਂ ਵੀ ਕੋਈ ਸੁਨੇਹਾ, ਪੰਜਾਬੀ ਪੂਰੀ ਦੁਨੀਆ 'ਚ ਬੈਠੇ ਤੁਹਾਨੂੰ ਦੇਖ ਰਹੇ ਆ, ਆਸਟ੍ਰੇਲੀਆ, ਨਿਊਜ਼ੀਲੈਂਡ, ਇੰਗਲੈਂਡ, ਹਰ ਜਗ੍ਹਾ, ਤੇ ਕਿਤੇ ਨਾ ਕਿਤੇ ਤੁਹਾਡੇ ਕੋਈ ਦੋਸਤ ਮਿੱਤਰ ਪਿਆਰੇ ਵੀ ਹੋ ਸਕਦੇ ਆ, ਕੋਈ ਪੇਂਡੂ ਵੀ ਹੋ ਸਕਦੇ ਨੇ, ਤੇ ਕੀ ਕੋਈ ਸੁਨੇਹਾ ਜਾਂ ਕਹਿ ਲਓ ਜਾਂ ਕੋਈ ਗੱਲਬਾਤ? ਸੁਨੇਹਾ ਤਾਂ ਬਸ ਭਾਜੀ ਇਹੀ ਹੈ ਕਿ ਵੀ ਕੰਮ ਕਰੀ ਜਾਓ, ਮਿਹਨਤ ਕਰਨੀ ਆ, ਮਿਹਨਤ ਨੂੰ ਰੰਗ ਬਾਬਾ ਆਪੇ ਹੀ ਲਾਉਂਦਾ, ਕਿ ਵੀ ਆਪਾਂ ਇਹੀ ਕਹਿਣਾ ਚਾਹੂੰਗਾ ਜੀ ਮੈਂ ਤਾਂ ਕਿ ਵੀ ਮੇਰੀ ਬਹੁਤ ਛੋਟੀ ਉਮਰ ਆ, ਕਿ ਮੈਂ ਹਲੇ ਮੈਸੇਜ ਦੇਣ ਜੋਗਾ ਹੋਇਆ ਨਹੀਂ, ਬਟ ਮੈਂ ਫਿਰ ਵੀ ਇਹ ਗੱਲ ਕਹੂੰਗਾ ਕਿ ਵੀ ਜੋ ਕਰਦੇ ਆ ਬਸ ਉਹਨੂੰ ਕਰੋ, ਬਾਕੀ ਗੁਰੂ ਦਾ ਭਾਣਾ ਮੰਨਣਾ ਕਿ ਵੀ ਉਹੀ ਲਿਖਿਆ ਜੀ। ਤੇ ਬਾਕੀ ਜਿਹੜੀ ਪੰਜਾਬੀਅਤ ਆ, ਪੰਜਾਬੀ ਮਾਂ ਬੋਲੀ ਆ ਜੀ ਸਾਡੀ, ਤੇ ਆਪਣੇ ਬੱਚਿਆਂ ਨੂੰ, ਮੇਰਾ ਵੀ ਬੱਚਾ 2 ਸਾਲ ਦਾ, ਮੈਂ ਤਾਂ ਉਹਨੂੰ ਕੋਸ਼ਿਸ਼ ਕਰਦਾ ਉਹਨਾਂ ਕੋਈ ਪੰਜਾਬੀ ਦੀ ਗੱਲ। ਤਾਂ ਨਾਮ ਜਿਹੜਾ ਹੈਗਾ ਅੱਜ ਕੱਲ੍ਹ ਇਹ ਨਾਮ ਇਸ ਤਰ੍ਹਾਂ ਦੇ ਬਹੁਤ ਘੱਟ ਲੋਕ ਰੱਖਦੇ, ਜ਼ੋਰਾਵਰ ਨਾਮ ਤੁਸੀਂ ਰੱਖਿਆ ਬੜੀ। ਹਾਂਜੀ, ਜ਼ੋਰਾਵਰ ਮੇਰੀ ਵਾਈਫ ਦਾ ਸੀਗਾ ਕਿ ਵੀ ਜੀ ਇਹ ਸਾਹਿਬਜ਼ਾਦਿਆਂ ਦੇ ਵਿੱਚੋਂ ਨਾਮ ਹੈ, ਤਾਂ ਮੈਂ ਉਹ ਰੱਖਣਾ ਚਾਹੁੰਦੀ ਆ। ਮੈਂ ਕਿਹਾ ਵੀ ਜ਼ਰੂਰ ਰੱਖਿਓ, ਕਿ ਮੇਰੀ ਵਾਈਫ ਨੂੰ ਆਈ ਨੂੰ ਇੱਥੇ 19 ਸਾਲ ਹੋ ਗਏ ਜੀ, ਅੱਛਾ ਜੀ, ਤੇ ਪਰ ਉਹ ਫਿਰ ਵੀ ਪੰਜਾਬੀ ਪੜ੍ਹਨੀ ਬੋਲਣੀ ਸਾਰਾ ਜਾਣਦੀ ਹੈ ਜੀ। ਬਿਲਕੁਲ ਪਰਮਿੰਦਰ ਜੀ, ਜਿਵੇਂ ਇਹਨਾਂ ਨੇ ਕਿਹਾ ਵੀ ਉਮਰ ਤਾਂ ਛੋਟੀ ਹੋਈ ਆ, ਉਦਾਂ ਵੱਡੇ ਲੱਗਦੇ ਆ ਇਹ ਤੋਂ। ਤੇ ਕੋਈ ਸ਼ੌਕ ਕਬੱਡੀ ਕਬੂਡੀ ਦਾ ਖੇਡਣ ਨਾਲ ਵੀ ਹੈਗਾ ਕਿ ਉਦਾਂ ਹੀ ਲੱਗਦਾ ਸੀ? ਨਹੀਂ, ਵਾਲੀਬਾਲ ਜ਼ਰੂਰ ਖੇਡਦੇ, ਵਾਲੀਬਾਲ, ਜਿਮ ਵਗੈਰਾ ਚੱਲਦਾ। ਠੀਕ ਹੈ ਜੀ, ਚਲੋ ਜੀ, ਮੇਰੇ ਖਿਆਲ ਸਮਾਪਤੀ ਕਰੀਏ ਪ੍ਰੋਗਰਾਮ ਅੱਜ ਦਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਇਹ ਧੰਨਵਾਦ ਇਸ ਕਰਕੇ ਵੀ ਚਲੋ ਆਪਾਂ ਪ੍ਰੋਗਰਾਮ ਵੀ ਕਰ ਰਹੇ ਹਾਂ। ਦੂਜਾ ਧੰਨਵਾਦ ਇਹ ਹੈ ਕਿ ਜਦੋਂ ਵੀ ਅਸੀਂ ਇੱਥੇ ਆਈਦਾ ਇਸ ਏਰੀਏ 'ਚ, ਤੁਸੀਂ ਸਹਿਯੋਗ ਬਹੁਤ ਕਰਦੇ ਹੋ ਸਾਰੇ, ਜਿੱਥੇ ਕਿਤੇ ਜਾਣਾ ਆਉਣਾ, ਵੈਸੇ ਤਾਂ ਸਾਰੇ ਹੀ ਮਿੱਤਰ ਪਿਆਰੇ ਨੇ ਆਪਣੇ, ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਹਾਂ। ਪਰ ਤੁਹਾਡਾ ਖਾਸ ਤੌਰ 'ਤੇ ਇੱਕ ਤਾਂ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਸ਼ੁਰੂ ਤੋਂ, ਲੰਬੇ ਸਮੇਂ ਤੋਂ, ਤੇ ਜਿੱਥੇ ਜਾਂਦੇ ਹੋ ਉੱਥੇ ਵੀ ਮਿਲਦੇ ਆਪਾਂ। ਹੁਣ ਯੂਬਾ ਸਿਟੀ ਵੀ ਮੇਰੇ ਖਿਆਲ ਦਰਸ਼ਨ ਮੇਲੇ ਹੋਣਗੇ ਜ਼ਰੂਰ, ਤੇ ਸਭ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਬਹੁਤ ਜੀ। ਓਕੇ ਜੈਕ ਭਾਜੀ, ਤੇ ਘਰਾਂ ਵਿੱਚ ਬੈਠੇ ਦਰਸ਼ਕਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ ਕਿ ਅੱਜ ਦਾ ਪ੍ਰੋਗਰਾਮ ਉਮੀਦ ਕਰਦਾ ਤੁਹਾਨੂੰ ਵਧੀਆ ਲੱਗਿਆ ਹੋਊਗਾ। ਜਾਣਕਾਰੀ ਵੀ ਕਾਫੀ ਵਿੱਚ ਸੀਗੀ ਤੇ ਹੋਰ ਗੱਲਾਂ ਬਾਤਾਂ ਵੀ ਵਧੀਆ ਸੀ। ਕਿਸੇ ਵੀ ਗੱਲਬਾਤ ਲਈ ਕੋਈ ਜਾਣਕਾਰੀ ਚਾਹੁੰਦੇ ਹੋ, ਜੈਕ ਦਾ ਜਾਂ ਪਰਮਿੰਦਰ ਸੰਘੇੜਾ ਉਹਨਾਂ ਦਾ ਨੰਬਰ ਚਾਹੀਦਾ, ਇਹਨਾਂ ਨਾਲ ਗੱਲ ਕਰਨੀ ਚਾਹੁੰਦੇ ਹੋ, ਕਿਤੇ ਬੈਠੇ ਹੋ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ, ਤਾਂ ਈਮੇਲ ਕਰ ਸਕਦੇ ਹੋ jaggi@justbroadcasting.com ਜਾਂ ਫਿਰ info@justbroadcasting.com, ਜਾਂ ਫਿਰ WhatsApp ਨੰਬਰ ਮੇਰਾ ਸੈੱਲ ਨੰਬਰ 209 450 3362, ਕਿਤੇ ਵੀ ਸੰਪਰਕ ਕਰ ਸਕਦੇ ਹੋ। ਅਖੀਰ ਦੇ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਖੁਸ਼ ਰਹੋ, ਖੁਸ਼ ਰੱਖੋ, ਰੱਬ ਰੱਖਾ। ਜੀਵੇ ਪੰਜਾਬ, ਜੀਵੇ ਪੰਜਾਬੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।